ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝੀ ਗੱਲਬਾਤ ਤੇ ਮੈਂ ਹਾਂ ਜਤਿੰਦਰ ਸਿੰਘ। ਅੱਜ ਇੱਕ ਵਾਰ ਫਿਰ ਕਿਸੇ ਆਪਾਂ ਕਹਿੰਦੇ ਕਿ ਖਾਸ ਵਿਸ਼ੇ ਦੇ ਉੱਤੇ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ। ਕਿਸੇ ਖਾਸ ਬਿਮਾਰੀ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਿ ਆਖਰਕਾਰ ਕਾਰਨ ਕੀ ਹੁੰਦੇ ਆ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਮੇਸ਼ਾ ਹੀ ਵੱਖ-ਵੱਖ ਬਿਮਾਰੀਆਂ ਦਾ ਜ਼ਿਕਰ ਕਰਦੇ ਹਾਂ, ਉਹਦੇ ਕਾਰਨ ਕੀ ਨੇ, ਲੱਛਣ ਕੀ ਹੁੰਦੇ ਆ ਔਰ ਉਹਨਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ, ਜਾਂ ਕਹਿ ਲਈਏ ਕਿ ਘਰੇਲੂ ਇਲਾਜ ਉਹਦੇ ਵਿੱਚ ਕਿੰਨੇ ਕੁ ਕਾਰਗਰ ਸਾਬਤ ਹੁੰਦੇ ਆ, ਉਹਦਾ ਜ਼ਿਕਰ ਵੀ ਕਰਦੇ ਹਾਂ। ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜਨਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਸਰਵਾਈਕਲ ਕੈਂਸਰ ਹੈ ਉਹ ਕੀ ਚੀਜ਼ ਹੁੰਦੀ ਹੈ, ਉਹਦੇ ਕਾਰਨ ਕੀ ਹੁੰਦੇ ਆ, ਲੱਛਣ ਕੀ ਹੁੰਦੇ ਆ, ਕਿੰਨੀ ਉਮਰ ਵਰਗ ਵਾਲੇ ਜਿਹੜੇ ਲੋਕ ਆ ਉਹ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਔਰ ਇਹਦਾ ਅੱਗੇ ਇਲਾਜ ਕੀ ਹੈ, ਕਿ ਇਲਾਜ ਇਹਦਾ ਹੋ ਸਕਦਾ ਕਿ ਨਹੀਂ ਹੋ ਸਕਦਾ। ਕਿਉਂਕਿ ਕੈਂਸਰ ਦਾ ਨਾਮ ਜਦੋਂ ਵੀ ਆਉਂਦਾ ਤੇ ਹਰੇਕ ਕੋਈ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਜਾਂਦਾ ਹੈ ਕਿ ਇਹ ਕਿਉਂ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਰਹੀ ਹੈ, ਕਿਉਂ ਲੋਕ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੈਂਸਰ ਅਖੀਰਲੀਆਂ ਸਟੇਜ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ। ਜੇ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਹੀ ਉਸ ਨੂੰ ਫੜ ਲਿਆ ਜਾਵੇ ਤਾਂ ਫਿਰ ਤਾਂ ਹੱਲ ਕੀਤਾ ਜਾ ਸਕਦਾ ਹੈ, ਫਿਰ ਤਾਂ ਇਲਾਜ ਕੀਤਾ ਜਾ ਸਕਦਾ ਹੈ। ਪਰ ਜੇ ਸਟੇਜ ਜ਼ਿਆਦਾ ਹੋ ਜਾਣ ਤਾਂ ਫਿਰ ਉਹਦਾ ਕੋਈ ਹੱਲ ਨਹੀਂ। ਅੱਜ ਸਰਵਾਈਕਲ ਕੈਂਸਰ ਦੇ ਬਾਰੇ ਪੁੱਛਾਂਗੇ ਕਿ ਇਹ ਕਿੰਨਾ ਕੁ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ਇਹ ਹੁੰਦਾ ਕੀ ਹੈ, ਕਿਉਂ ਹੋ ਜਾਂਦਾ ਹੈ, ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਾਂਗੇ। ਔਰ ਇਹਦਾ ਇਲਾਜ ਕੀ ਘਰੇਲੂ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਜਾਂ ਫਿਰ ਇਹਦੇ ਵਾਸਤੇ ਜਿਸ ਤਰ੍ਹਾਂ ਬਾਕੀਆਂ ਦੀਆਂ ਥੈਰੇਪੀਆਂ ਹੁੰਦੀਆਂ ਨੇ ਜਾਂ ਕੀਮੋ ਕਿਹਾ ਜਾਂਦਾ ਜਾਂ ਹੋਰ ਚੀਜ਼ਾਂ, ਉਹਦੇ ਵਾਸਤੇ ਵੀ ਇੱਦਾਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਦਾ ਤੇ ਉਹਨਾਂ ਤੋਂ ਜਾਣਾਂਗੇ ਇਸ ਬਿਮਾਰੀ ਦੇ ਬਾਰੇ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ, ਜਿੰਨੇ ਵੀ ਵੇਖ ਰਹੇ ਨੇ, ਸਭਨਾਂ ਨੂੰ ਨਿੱਕੀ ਫਤਿਹ ਜੀ। ਡਾਕਟਰ ਸਾਹਿਬ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਬਿਮਾਰੀਆਂ ਦੇ ਉੱਤੇ, ਉਹਨਾਂ ਦੇ ਇਲਾਜ ਦੇ ਉੱਤੇ ਗੱਲਬਾਤ ਹਮੇਸ਼ਾ ਕਰਦੇ ਹਾਂ। ਅੱਜ ਫਿਰ ਇੱਕ ਵੱਖਰਾ ਟੌਪਿਕ ਜਿਹੜਾ ਉਹ ਲੈ ਕੇ ਆਏ ਆ ਔਰ ਸਰਵਾਈਕਲ ਕੈਂਸਰ ਦਾ। ਸਰਵਾਈਕਲ ਕੈਂਸਰ ਦੇ ਬਾਰੇ ਦੱਸਿਓ ਕਿ ਕੀ ਹੁੰਦਾ, ਇਹਦੇ ਕਾਰਨ ਕੀ ਹੁੰਦੇ ਆ ਔਰ ਕਿਹੜੀ ਉਮਰ ਵਰਗ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਜੀ। ਬਿਲਕੁਲ ਜਤਿੰਦਰ ਜੀ, ਪਹਿਲਾਂ ਇਹ ਜ਼ਰੂਰ ਦੱਸ ਦਈਏ ਕਿਹੜੀ ਥਾਂ ਦਾ ਕੈਂਸਰ ਹੈ ਜੀ। ਆਮ ਹਾਸੇ ਠੱਠੇ ਦੀ ਗੱਲ ਬਣ ਜਾਂਦੀ ਹੈ ਡਾਕਟਰਾਂ ਦੇ ਕੋਲ ਜਦੋਂ ਕੋਈ ਪਹੁੰਚਦਾ ਹੈ ਸਾਡਾ ਵੀਰ ਤੇ ਆ ਕੇ ਕਹਿੰਦਾ ਜੇ ਕਿ ਮੇਰੇ ਗਰਦਨ 'ਚ ਕਾਫੀ ਦਿੱਕਤ ਹੈ ਤੇ ਕਾਫੀ ਸਮੇਂ ਤੋਂ ਹੈ, ਤਾਂ ਦੇਖਿਓ ਕਿਤੇ ਇਹ ਮੇਰਾ ਸਰਵਾਈਕਲ ਕੈਂਸਰ ਤਾਂ ਨਹੀਂ ਬਣ ਗਿਆ। ਦਰਅਸਲ ਸਰਵਾਈਕਲ ਕੈਂਸਰ ਅਸੀਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਕਹਿੰਦੇ ਆ, ਜਿਹਦਾ ਨਾਮ ਸਰਵਿਕਸ ਹੈ। ਅੱਛਾ। ਤੋਂ ਉੱਥੋਂ ਇਹ ਇਜਾਦ ਹੋਇਆ ਸਰਵਾਈਕਲ ਕੈਂਸਰ, ਉਸ ਦਾ ਨਾਮ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਔਰਤਾਂ ਦੀ ਬਿਮਾਰੀ ਇਹ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਬੱਚੇਦਾਨੀ ਦਾ ਕੈਂਸਰ ਵੱਖਰਾ ਜੇ, ਯੂਟਰਾਈਨ ਕੈਂਸਰ ਇਹ ਵੱਖਰਾ ਜੇ, ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਪਰ ਹੁਣ ਕਿਉਂ ਇਸ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਚਿੰਤਿਤ ਹੋਈ ਹੈ? ਪਹਿਲੀ ਚੀਜ਼ ਤਾਂ ਹਰ ਵਰੇ ਲਗਭਗ 13,000 ਦੇ ਕਰੀਬ ਨਵੇਂ ਕੇਸ ਪਹੁੰਚ ਰਹੇ ਨੇ ਅਮਰੀਕਾ ਦੇ ਵਿੱਚ ਇਸ ਦੀ ਬਿਮਾਰੀ ਦੇ ਨਾਲ, ਤੇ ਇਸ ਤੋਂ ਦੁੱਗਣੇ ਦੇ ਕਰੀਬ ਸਾਡੇ ਭਾਰਤ ਵਿੱਚ ਵੀ ਦਿਸਣ ਲੱਗ ਪਏ ਨੇ। ਤੇ ਵੱਡੀ ਗੱਲ ਇਹ ਕਿ ਹੁਣ ਇਹ ਬਿਮਾਰੀ ਨਾਲ ਮੂੰਹ ਦਾ ਕੈਂਸਰ ਅਸਲ 'ਚ ਸਾਡੇ ਬੱਚਿਆਂ ਵਿੱਚ, ਵੀਰਾਂ ਵਿੱਚ, ਉਹਨਾਂ ਵਿੱਚ ਵੀ ਦਿਸਣ ਲੱਗ ਗਿਆ ਬਿਕੋਜ਼ ਆਫ ਓਰਲ ਸੈਕਸ ਜੋ ਅਸੀਂ ਇਸ ਵੇਲੇ ਦੇਖ ਰਹੇ ਹਾਂ ਵਾਧੇ ਵਿੱਚ ਹੈ। ਉਸ ਸਦਕਾ ਇਹ ਕੈਂਸਰ ਨੇ ਹੱਲਾ ਦੋਨਾਂ ਨੂੰ, ਯਾਨੀ ਮਰਦ ਤੇ ਔਰਤ ਦੋਨਾਂ ਤੇ ਬੱਚਿਆਂ ਵਿੱਚ ਵੀ, ਬੇਟੀਆਂ ਵਿੱਚ ਵੀ, ਬੇਟਿਆਂ ਵਿੱਚ ਵੀ ਇਹ ਕੈਂਸਰ ਦਿਸਣੇ ਜੋ ਸ਼ੁਰੂ ਹੋਏ ਨੇ। ਇਹਨਾਂ ਦਾ ਇਸੇ ਲਈ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਇਹ ਕੈਂਸਰ ਜੇ ਜਿਸ ਨੂੰ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ, ਰੋਕ ਸਕਦੇ ਹਾਂ, ਨਾ ਹੋਵੇ। ਟੀਕਾ ਸਾਡੇ ਕੋਲ ਆ ਚੁੱਕਾ ਹੋਇਆ ਕਿ ਉਹ ਲਾਉਣ ਦੇ ਨਾਲ ਇਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਸੋ ਉਸ ਦੇ ਬਾਰੇ ਜਾਣਕਾਰੀ ਵਿਸ਼ਵ ਪੱਧਰ ਤੇ ਗੱਲ ਕਰਦੇ ਨੇ ਕਿ ਜ਼ਰੂਰ ਹੋਣੀ ਚਾਹੀਦੀ ਹੈ। ਸੋ ਉਹੀ ਅਸੀਂ ਪਹਿਲੀ ਸੀਰੀਜ਼ ਇਹ ਲੈ ਕੇ ਪਹੁੰਚ ਰਹੇ ਹਾਂ ਕਿ ਸਭ ਨੂੰ ਪਤਾ ਹੋਵੇ ਕਿ ਇਹ ਕੈਂਸਰ ਜਿਸ ਨੂੰ ਸ਼ੁਰੂਆਤੀ ਦੌਰ ਵਿੱਚ ਅਸੀਂ ਲੰਮੀ ਉਮਰ ਭੋਗ ਸਕਦੇ ਹਾਂ, ਬਚ ਸਕਦੇ ਹਾਂ, ਉਹਦੇ ਲੱਛਣ ਜੇ ਪਤਾ ਹੋਣ ਜਾਂ ਉਹਨੂੰ ਹੋਣ ਹੀ ਨਾ ਦਿੱਤਾ ਜਾਵੇ, ਉਸ ਤੋਂ ਵੀ ਕਿਵੇਂ ਬਚੀਏ। ਤੇ ਫਿਰ ਜੇ ਉਹ ਲੇਟ ਸਟੇਜ ਵਿੱਚ ਪਹੁੰਚ ਜਾਵੇ ਤਾਂ ਸਾਰੇ ਇਲਾਜ ਤੋਂ ਬਾਅਦ ਵੀ ਲੰਬੀ ਉਮਰ ਨਹੀਂ ਭੋਗੀ ਜਾਂਦੀ। ਉਹਦੇ ਲਈ ਵੀ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਸਾਂਝੀਆਂ ਕਰਾਂਗੇ ਕਿ ਉਹ ਸਮਾਂ ਜਦੋਂ ਅਸੀਂ ਪੈਲੀਏਟਿਵ ਕੇਅਰ ਦੇ ਵਿੱਚ ਪਹੁੰਚ ਜਾਂਦਾ ਹੈ ਕਿ ਬੰਦੇ ਦੀ ਮੌਤ ਹੁਣ ਤਾਂ ਬਿਲਕੁਲ ਸਾਹਮਣੇ ਦਿਸ ਰਹੀ ਹੈ, ਉਦੋਂ ਵੀ ਕਿਹੜੀ ਚੀਜ਼ ਕੀਤੀ ਜਾਵੇ ਜਿਸ ਨਾਲ ਤੁਸੀਂ ਉਨੀ ਕੁ ਜ਼ਿੰਦਗੀ ਵੀ ਅੱਛੀ ਤਰ੍ਹਾਂ ਬਤੀਤ ਕਰ ਸਕੋ। ਜੀ,
ਇੱਕ ਹੁਣੇ ਇਹ ਚੀਜ਼ ਦੱਸਿਓ, ਇੱਕ ਜਦੋਂ ਬਿਮਾਰੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਫਲਾਣੇ ਨੂੰ ਇੱਕਦਮ ਆ ਚੀਜ਼ ਹੋ ਗਈ, ਕਿ ਇੱਕਦਮ ਵੀ ਕੋਈ ਚੀਜ਼ ਹੁੰਦੀ ਹੈ ਜਾਂ ਫਿਰ ਹੌਲੀ ਹੌਲੀ ਕਰਕੇ ਚੀਜ਼ ਜਿਹੜੀ ਵੱਧਦੀ ਰਹਿੰਦੀ ਹੈ, ਤੇ ਜਦੋਂ ਬੰਦਾ ਜਿਹੜਾ ਉਹ ਆਖਰੀ ਸਟੇਜ ਦੇ ਉੱਤੇ ਕਈ ਵਾਰੀ ਪਹੁੰਚ ਜਾਂਦਾ ਜਾਂ ਉੱਥੇ ਤੱਕ ਪਹੁੰਚ ਜਾਂਦਾ ਕਿ ਉਹਦੀ ਅੱਗੇ ਇਲਾਜ ਉਹਦਾ ਸੰਭਵ ਨਹੀਂ ਹੁੰਦਾ, ਤੇ ਫਿਰ ਉਹ ਚੀਜ਼ ਜਿਹੜੀ ਆ ਉਹ ਬੰਦੇ ਨੂੰ ਪਤਾ ਲੱਗਣ ਲੱਗ ਪੈਂਦਾ ਵੀ ਹਾਂ ਇਹ ਹੋ ਗਿਆ। ਉਹ ਆਮ ਤਾਂ ਆਪਾਂ ਇਹੀ ਭਾਸ਼ਾ ਵਰਤਦੇ ਹਾਂ ਵੀ ਉਹ ਇੱਕਦਮ ਚੰਗਾ ਭਲਾ ਸੀਗਾ ਤੇ ਉਹਨੂੰ ਆਹ ਚੀਜ਼ ਹੋ ਗਈ ਹੈ। ਇਹਦੇ ਬਾਰੇ ਦੱਸਿਓ ਕਿ ਕੀ ਇਹਦਾ ਹੌਲੀ ਹੌਲੀ ਕਰਕੇ ਇਨਸਾਨ ਦੇ ਉੱਤੇ ਅਸਰ ਹੁੰਦਾ, ਹੌਲੀ ਕਰਕੇ ਜਿਹੜੀ ਅਸਰ ਕਰਦੀ ਰਹਿੰਦੀ ਤੇ ਫਿਰ ਇਨਸਾਨ ਜਿਹੜਾ ਉਸ ਪਾਸੇ ਵੱਲ ਤੁਰ ਪੈਂਦਾ ਕਿ ਉਹਨੂੰ ਬਚਾਇਆ ਨਹੀਂ ਜਾ ਸਕਦਾ? ਨਹੀਂ, ਕੁਦਰਤ ਬੜੀ ਕਮਾਲ ਦੀ ਸ਼ੈ ਹੈ। ਕਦੇ ਵੀ ਉਹ ਇੱਕਦਮ ਹੱਲਾ ਇਸ ਤਰੀਕੇ ਦਾ ਨਹੀਂ ਬੋਲਦੀ। ਸਾਡੇ ਜੋ ਸੈੱਲ ਨੇ ਜੋ ਕੈਂਸਰ ਵਿੱਚ ਤਬਦੀਲ ਹੁੰਦੇ ਨੇ, ਬੜੇ ਸਲੋ ਗਰੋਇੰਗ, ਹੌਲੀ ਉਸ ਥਾਂ ਤੇ ਪਹਿਲਾਂ ਲੰਮੇ ਸਮੇਂ ਤੱਕ, ਜਿਵੇਂ ਮੈਂ ਇਸ ਬਿਮਾਰੀ ਦੀ ਵੀ ਗੱਲ ਕਰਾਂ ਕਿ ਹਿਊਮਨ ਪੈਪਿਲੋਮਾ ਵਾਇਰਸ ਹੈ, ਜਿਹਦੀਆਂ 40 ਕਿਸਮਾਂ ਨੇ, ਪਰ ਉਹ ਸਾਰੀਆਂ ਕੈਂਸਰ ਨਹੀਂ ਕਰਦੀ। ਤਾਂ ਕੁਝ ਕਿਸਮਾਂ ਹੀ ਨੇ ਜਿਹੜੀਆਂ ਕਰਦੀਆਂ ਨੇ, ਤੇ ਉਹ ਵੀ 30 ਸਾਲ ਕਈ ਵਾਰ ਬੈਠੀਆਂ ਰਹਿੰਦੀਆਂ ਨੇ। ਇਹਨਾਂ ਚੋਂ ਚਮੜੀ ਉੱਤੇ ਵੀ ਨੇ ਕਾਫੀ ਬੈਠਣ ਵਾਲੀਆਂ, ਵਾਰਟਸ ਕਰ ਦਿੰਦੀਆਂ ਨੇ, ਜਿਵੇਂ ਉਹਨਾਂ ਵਾਰਟਸ ਤੋਂ ਕੈਂਸਰ ਨਹੀਂ ਹੁੰਦਾ, ਮੈਂ ਪਹਿਲਾਂ ਹੀ ਦੱਸ ਦਿਆਂ, ਐਵੇਂ ਨਾ ਡਰ ਜਾਣਾ। ਪਰ ਇਹ ਹੁਣ ਕਿਸਮ ਬੜੇ ਚਿਰ ਤੱਕ ਬੈਠੀ ਰਹਿੰਦੀ ਹੈ, ਕੁਝ ਨਹੀਂ ਕਰਦੀ। ਫਿਰ ਹਲਕੇ ਸਿੰਪਟਮਸ ਦਿੰਦੀ ਜੇ, ਜਿਨ੍ਹਾਂ ਨੂੰ ਅਸੀਂ ਬੇਗੌਰੀ ਅਸੀਂ ਕਰਦੇ ਹਾਂ ਵੀ ਬੇਗੌਰੇ ਕਰੋ ਜੀ, ਛੱਡੋ ਪਰਾਂ, ਕੋਈ ਨਾ, ਮਾੜਾ ਜਾਈਏ, ਆਮ ਹੀ ਹੈ। ਸਿਰ ਪੀੜ ਵੀ ਹੋਈ, ਕੋਈ ਨਾ ਜੀ, ਕੈਮਿਸਟ ਤੋਂ ਗੋਲੀ ਲਈ, ਅਸੀਂ ਖਾ ਲਿਆ, ਜਦ ਕਿ ਉਹ ਕੈਂਸਰ ਸਿਰ ਦਿਮਾਗ ਦੇ ਕੈਂਸਰ ਦਾ ਪਹਿਲਾ ਲੱਛਣ ਹੋ ਸਕਦਾ ਜੀ। ਤਾਂ ਸਾਡੀ ਇਹ ਆਦਤ ਹੈ ਕਿ ਅਸੀਂ ਉਸ ਚੀਜ਼ ਨੂੰ ਵੀ ਕੋਈ ਨਾ, ਕੰਮ ਚੱਲ ਰਿਹਾ, ਗੋਲੀ ਲਈ ਗਏ ਤੇ ਅਸੀਂ ਤੁਰੀ ਗਏ ਗਾ। ਤੇ ਫਿਰ ਜਦੋਂ ਲਾਸਟ ਸਟੇਜ ਤੇ ਆ ਕੇ ਜਦੋਂ ਅਨਬੇਅਰੇਬਲ ਪੇਨ, ਬਹੁਤ ਸੀਵੀਅਰ ਦਰਦ ਹੋ ਜਾਏ ਜਾਂ ਲੱਛਣ ਬਹੁਤ ਵੱਧ ਜਾਣ ਜਾਂ ਕੈਂਸਰ ਫੈਲ ਗਿਆ ਹੋਵੇ, ਉਦੋਂ ਫਿਰ ਅਸੀਂ ਕਹਿੰਦੇ ਆ ਜੀ ਪਤਾ ਹੀ ਨਹੀਂ ਲੱਗਿਆ, ਕੱਲ ਹੀ ਹੋ ਗਿਆ। ਪਰ ਜਦੋਂ ਹੌਲੀ ਹਿਸਟਰੀ ਲੈਂਦੇ ਆ ਤਾਂ ਉਹ ਸਾਰੇ ਦੇ ਸਾਰੇ ਲੱਛਣ ਜੋ ਅਰਲੀ ਸਿੰਪਟਮਸ ਹੁੰਦੇ ਨੇ, ਉਹ ਸਾਰੇ ਆਏ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਧਿਆਨ ਨਹੀਂ ਦਿੰਦੇ, ਅਣਗਹਿਲੀ ਕਰਦੇ ਆ। ਤਾਂ ਉਹੀ ਸ਼ੁਰੂਆਤੀ ਸਮੇਂ ਦੇ ਲੱਛਣ ਜ਼ਰੂਰ ਦੱਸਣੇ ਨੇ, ਕਿਉਂਕਿ ਸੈੱਲ ਜੋ ਹੌਲੀ ਤਬਦੀਲ ਹੁੰਦੇ ਨੇ, ਇਹ ਜਿਵੇਂ ਇਨੀਸ਼ੀਅਲ ਸਟੇਜ ਪ੍ਰੀ ਕੈਂਸਰਸ ਜਿਹਨੂੰ ਕਹਿੰਦੇ ਆ, ਉਹ ਰੈਗੂਲਰ ਚੈੱਕਅਪ 'ਚ ਹੀ ਲੱਭੀ ਜਾ ਸਕਦੀ ਹੈ। ਸੋ ਉਹ ਜੇ ਅਸੀਂ ਕਰ ਲਈਏ ਤਾਂ ਉਨੀ ਕੁ ਥਾਂ ਨੂੰ ਸਾੜ ਕੇ ਉਹ ਸੈੱਲਾਂ ਨੂੰ ਖਤਮ ਕਰ ਦਿੱਤਾ ਜਾਂਦਾ, ਕੈਂਸਰ ਬਣਦਾ ਹੀ ਨਹੀਂ। ਪਰ ਗੱਲ ਇਹ ਹੈ ਕਿ ਤੁਸੀਂ ਰੈਗੂਲਰ ਚੈੱਕਅਪਸ, ਜੋ ਕਿ ਬਣਿਆ ਹੋਇਆ ਹੈ ਕਿ ਡਾਕਟਰਾਂ ਨੂੰ ਇਹ ਦੱਸਿਆ, ਤੇ ਅਸੀਂ ਮਰੀਜ਼ਾਂ ਨੂੰ ਦੱਸਦੇ ਵੀ ਹਾਂ ਵੀ ਰੈਗੂਲਰ ਚੈੱਕਅਪ ਇੰਨੀ ਦੇਰ ਬਾਅਦ ਹੋਣੀ ਚਾਹੀਦੀ ਹੈ। ਪਰ ਅਫਸੋਸ ਕਿ ਉਹ ਅਸੀਂ ਟਾਈਮ ਨਹੀਂ ਜੀ। ਮੈਂ ਦੇਖੋ ਬੱਚਿਆਂ ਦੀ ਡਾਕਟਰ, ਸੱਚ ਜਾਣ ਕੇ ਕਹਿ ਦਈਦਾ ਨਾ ਕਿਸੇ ਨੂੰ ਕਿ ਤੁਹਾਨੂੰ ਇਹ ਬਿਮਾਰੀ ਦੀ ਵਾਰਨਿੰਗ ਸਾਈਨਸ ਹੈ, ਇਹਦੀ ਗੁਰਦਾ ਜਾ ਰਿਹਾ, ਇਹਨੂੰ ਟਾਈਮ ਸਿਰ ਦਿਖਾਓ। ਉਹ ਜੀ ਘਰੋਂ ਟਾਈਮ ਹੀ ਨਹੀਂ ਲੱਗਿਆ ਜੀ, ਸਾਨੂੰ ਆਹ ਸੀ ਕੰਮ, ਉਹ ਪੈ ਗਿਆ ਜੀ, ਆਹ ਛੱਤ ਬਣਾਣੀ ਸੀ, ਇਹ ਕਰਦੇ, ਫਿਰ ਹੁਣ ਆਇਆ ਜੀ, ਤੇ ਜਦੋਂ ਟੈਸਟ ਕਰਾ ਕੇ ਕਹੀਦਾ ਜੀ ਬੱਚੇ ਦਾ ਗੁਰਦਾ ਗਿਆ ਜੀ। ਹੁਣ ਇਹੀ ਹਾਲ ਜੇ ਕਿ ਅਸੀਂ ਸਿੰਪਲ ਬਦਬੂਦਾਰ ਪਾਣੀ ਪੈਣਾ, ਜੋ ਕਿ ਕਾਫੀ ਦੇਰ ਦਾ ਯਾਨੀ ਬੈਠੇ ਹੋਏ ਨੇ ਸੈੱਲ, ਹੁਣ ਉਹਨਾਂ ਨੇ ਸਿੰਪਟਮ ਦੇਣੇ ਸ਼ੁਰੂ ਕੀਤੇ ਨੇ, ਹਲਕੀ ਪੀੜ ਬੱਚੇਦਾਨੀ ਦੇ ਥਾਂ ਵਾਲੇ ਤੇ ਜਾਂ ਹੋਰ, ਉਹ ਤਾਂ ਚੀਜ਼ਾਂ ਅਸੀਂ ਕਦੇ ਖਿਆਲ ਹੀ ਨਹੀਂ ਕਰਦੇ। ਸੋ ਬਦਬੂਦਾਰ ਪਾਣੀ ਪੈਣ ਲੱਗ ਜਾਣਾ ਦਾ ਮਤਲਬ ਹੈ ਆਲਰੇਡੀ ਡਿਜ਼ੀਜ਼ ਐਸਟੈਬਲਿਸ਼ ਹੋ ਰਹੀ ਜੇ। ਹੁਣ ਇਮੀਡੀਏਟਲੀ ਜਾਓ, ਉਦੋਂ ਵੀ ਅਸੀਂ ਓੜ-ਪੋੜ ਕਰ ਜਾਂਦੇ ਹਾਂ, ਦੁਕਾਨਾਂ ਤੋਂ ਦਵਾਈ ਲਈ, ਅਸੀਂ ਕਰ ਲਿਆ ਜੀ। ਫਿਰ ਮਾਹਵਾਰੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਲਹੂ ਪੈਣਾ ਵੀ ਇੱਕ ਬੜਾ ਅਲਾਰਮਿੰਗ ਸਿੰਪਟਮ ਜੇ, ਜਿਸ ਬਾਰੇ ਪਤਾ ਹੋਣਾ ਚਾਹੀਦਾ। ਸਰੀਰਕ ਸੰਬੰਧਾਂ ਵੇਲੇ ਲਹੂ ਪੈਣ ਲੱਗ ਜਾਣਾ, ਮਾਹਵਾਰੀ ਬੰਦ ਹੋਣ ਤੋਂ ਬਾਅਦ ਲਹੂ ਪੈਣਾ, ਇਹ ਨੇ ਜਿਹੜੇ ਯਾਨੀ ਬਿਮਾਰੀ ਥੋੜੀ ਜਿਹੀ ਵਧਣ ਦੇ ਉੱਤੇ ਲੱਛਣ ਦਿਸਦੇ ਨੇ। ਤਾਂ ਉਸ ਤੋਂ ਪਹਿਲਾਂ ਹੀ ਜੇ ਤੁਹਾਨੂੰ ਦਿਸ ਰਿਹਾ ਕਿ ਤੁਹਾਨੂੰ ਪਾਣੀ ਪੈ ਰਿਹਾ, ਚਿਰਾਂ ਤੋਂ ਪੈ ਰਿਹਾ, ਤਾਂ ਉਸ ਨੂੰ ਰੈਗੂਲਰ ਚੈੱਕਅਪ ਦੀ ਲੋੜ ਹੈ। ਉਦੋਂ ਅਸੀਂ ਇਹ ਨਹੀਂ ਖਿਆਲ ਕਰਦੇ, ਜਿਸ ਸਦਕਾ ਇਹ ਵਾਇਰਸ ਫਿਰ ਹੌਲੀ ਵੱਧ ਕੇ ਸਾਡੇ ਸੈੱਲਾਂ ਨੂੰ ਤਬਦੀਲ ਕਰਨਾ ਸ਼ੁਰੂ ਕਰ ਦਿੰਦੀ ਹੈ। ਹੁਣ ਇਹਦੀਆਂ ਦੇਖੋ ਕੁਦਰਤ ਕਿਵੇਂ ਸਾਨੂੰ ਬਚਾਉਂਦੀ ਹੈ ਕਿ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਸਾਲ ਤੱਕ ਸਾਡੇ ਸਰੀਰ ਦੇ ਉੱਤੇ ਬਾਰ-ਬਾਰ ਬੈਠ ਕੇ ਜਾਂ ਅੰਦਰ ਵੀ ਤੇ ਮਰ ਵੀ ਜਾਂਦੀਆਂ ਨੇ ਆਪਣੇ ਆਪ, ਯਾਨੀ ਉਹ ਕੁਝ ਵੀ ਨਹੀਂ ਕਰਦੀ। ਅੱਛਾ, ਨਹੀਂ ਤਾਂ ਸਾਰੇ ਅਸੀਂ ਹਿਊਮਨ ਰੇਸ ਖਤਮ ਹੋ ਗਈ ਹੁੰਦੀ, ਜਿੰਨੀਆਂ ਕੁ ਵਾਇਰਸਿਸ ਨੇ। ਤੁਸੀਂ ਕਰੋਨਾ ਵਾਇਰਸ ਤੋਂ ਮੈਨੂੰ ਲੱਗਦਾ ਸਭ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਵੀ ਇੱਕ ਵੀ ਵਾਇਰਸ ਜੇ ਹੱਲਾ ਬੋਲ ਦਵੇ ਤਾਂ ਕੀ ਕਹਿਰ ਢਾ ਸਕਦੀ ਹੈ। ਤੇ 40 ਕਿਸਮਾਂ ਤੇ 40 ਦੀਆਂ 40 ਜ਼ਹਿਰੀ, ਤੇ ਉਹਨਾਂ ਵਿੱਚੋਂ ਵੀ ਉਹ ਬਿਮਾਰੀ ਨਹੀਂ ਕਰਦੀਆਂ, ਆਪਣੇ ਆਪ ਤੁਰ ਜਾਂਦੀਆਂ ਨੇ, ਅਸੀਂ ਕੁਝ ਨਹੀਂ ਕਰਨਾ। ਹੁਣ ਸਾਡਾ ਹਾਲ ਦੇਖੋ ਕਿ ਅਸੀਂ ਐਕਸੈਸਿਵ, ਜ਼ਰਾ ਇੱਕ ਮਿੰਟ ਵੀਰ, ਮੈਂ ਚਾਹੁੰਦੀ ਹਾਂ ਤੁਹਾਡੇ ਰਾਹੀਂ ਜਿੱਥੇ ਤੱਕ ਪਹੁੰਚ ਸਕੀਏ ਕਿ ਅਸੀਂ ਝੱਲੇ ਹੋ ਗਏ ਹਾਂ। ਲੱਗਦਾ ਤੁਹਾਨੂੰ ਸ਼ਬਦ ਮਾੜਾ ਹੈ, ਪਰ ਵਾਕਈ ਜਦੋਂ ਸੈਨੀਟਾਈਜ਼ਰਸ ਦੀ ਗੱਲ ਕਰੀਏ
ਇਹੋ ਜਿਹੀਆਂ ਮਾਵਾਂ ਵੀ ਅਸੀਂ ਦੇਖੀਆਂ ਨੇ ਵੀ ਬੱਚੇ ਦੇ ਸਿਰ ਤੋਂ ਹੇਠਾਂ ਤੱਕ ਸਪਰੇਅ ਕਰਕੇ ਉਦੋਂ ਉਹਨੂੰ ਲਿਆਉਂਦੀਆਂ ਨੇ। ਜੀ ਯਾਨੀ ਜੋ ਕੁਦਰਤੀ ਚੰਗੇ ਵਾਇਰਸ ਸਾਡੇ ਜਾਂ ਬੈਕਟੀਰੀਆ ਜੋ ਸਾਡੇ ਬਾਰ-ਬਾਰ ਵੀ ਅੰਦਰ ਵੀ ਜੋ ਬੈਠੇ ਨੇ, ਅਸੀਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਖਤਮ ਕਰਨ ਦੀ ਕਿ ਤੁਸੀਂ ਜੀ ਜਿਹੜੇ ਮਾੜੇ ਕੀਟਾਣੂ ਨੇ ਉਹ ਬਿਮਾਰੀ ਕਰ ਲਓ। ਚੰਗੇ ਜਿਹੜੇ ਉਹਨਾਂ ਨਾਲ ਲੜਦੇ ਸਨ, ਆਪਣੇ ਆਪ ਮਾਰ ਦਿੰਦੇ ਸਨ, ਉਹਨਾਂ ਨੂੰ ਅਸੀਂ ਜੀਣ ਹੀ ਨਹੀਂ ਦੇ ਰਹੇ। ਸੋ ਅਸੀਂ ਜਿਹੜੇ ਸੈਨੀਟਾਈਜ਼ਰ ਸੀ, ਜੇ ਕਿਸੇ ਨੂੰ ਮਾੜਾ ਮੋਟਾ ਜੇ 0.1% ਲੋਕ ਵੀ ਸ਼ਾਇਦ ਸਮਝ ਜਾਣ ਇਸ ਤੋਂ, ਤਾਂ ਮੈਨੂੰ ਲੱਗਦਾ ਤੇ ਬਹੁਤ ਵੱਡਾ ਇਸ ਪ੍ਰੋਗਰਾਮ ਦਾ ਸਾਰਾ ਮਸਲਾ ਹੀ ਹੱਲ ਹੋ ਜਾਏਗਾ। ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹ ਹੈ ਕਿ ਫਾਲਤੂ ਸੈਨੀਟਾਈਜ਼ਰਸ ਨਾਲ ਅਸੀਂ ਜੋ ਬਿਮਾਰੀਆਂ ਸਹੇੜ ਰਹੇ ਹਾਂ, ਰੱਬ ਦਾ ਵਾਸਤਾ ਜੇ ਉਹਨਾਂ ਨੂੰ ਛੱਡ ਦਿਓ। ਹੁਣ ਜੋ ਮੈਂ ਵੈਸੇ ਦੱਸ ਦਿਆਂ ਕਿ ਜਦੋਂ ਵੀ ਪਹਿਲੀ ਵਾਰ ਸਰੀਰਕ ਸੰਬੰਧ ਕਦੇ ਵੀ ਬਣਦੇ ਨੇ ਜ਼ਿੰਦਗੀ 'ਚ, ਇਹ ਵਾਇਰਸ ਉਸੇ ਸਮੇਂ ਇੱਕ ਤੋਂ ਦੂਜੇ ਤੱਕ ਪਹੁੰਚ ਜਾਂਦੀ ਹੈ। ਸੋ ਇਸ ਨੇ ਉੱਥੋਂ ਉਸ ਤੋਂ ਬਾਅਦ ਸਾਰੀ ਉਮਰ ਬੈਠੇ ਰਹਿਣਾ। ਬਿਮਾਰੀ ਉਦੋਂ ਹੀ ਕਰੇਗੀ ਜਦੋਂ ਉਹਨੂੰ ਦਿਸੇਗਾ ਕਿ ਇਹਨਾਂ ਦੀ ਇਮਿਊਨਿਟੀ ਡਾਊਨ ਹੋ ਗਈ, ਜਾਂ ਫਿਰ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਸਦਕਾ ਇਹ ਬਿਮਾਰੀ ਕਰਦੇ ਨੇ, ਵਰਨਾ ਹਰ ਕਿਸੇ ਨੂੰ ਇਹ ਬਿਮਾਰੀ ਕਰਦੇ ਨਹੀਂ, ਬੈਠੇ ਰਹਿੰਦੇ ਨੇ ਸਾਰਾ ਦਿਨ। ਕਿਸੇ ਵੀ ਜਣੇ ਦਾ ਜੇ ਟੈਸਟ ਕੀਤਾ ਜਾਏ, ਵਾਇਰਸ ਜ਼ਰੂਰ ਲੱਭੇਗੀ ਉਹਦੇ ਚਮੜੀ ਤੇ ਬੈਠੀ ਆ ਅੰਦਰ, ਪਰ ਬਿਮਾਰੀ ਨਹੀਂ ਕਰਦੀ ਹੋਏਗੀ। ਹੁਣ ਸ਼ੁਰੂਆਤੀ ਦੌਰ ਵਿੱਚ ਮੁਸੀਬਤ ਇਹ ਹੈ ਕਿ ਇਹਦੇ ਕੋਈ ਐਡਵਾਂਸ ਜਿਵੇਂ ਬਿਮਾਰੀ ਦੇ ਆਉਂਦੇ ਨੇ ਉਸ ਤਰ੍ਹਾਂ ਦੇ ਕੋਈ ਲੱਛਣ ਦਿਸਦੇ ਵੀ ਨਹੀਂ। ਹੁਣ ਇਹਨਾਂ ਦਾ ਹੁੰਦਾ ਕੀ ਜੇ ਕਿ ਸਾਲਾਂ ਸਾਲ ਜਦੋਂ ਬੈਠੇ ਰਹੇ, ਆਮ ਤੌਰ ਤੇ ਇਹ ਧਿਆਨ ਕੀਤਾ ਜਾਂਦਾ ਸੀ ਪਹਿਲਾਂ ਕਿ ਜੇ ਤੁਸੀਂ ਕੋਈ ਸਾਵਧਾਨੀ ਵਰਤਦੇ ਹੋ, ਕੰਡੋਮਸ ਵਰਤੇ ਜਾਂਦੇ ਨੇ, ਤਾਂ ਇਹ ਸ਼ਾਇਦ ਇੱਕ ਤੋਂ ਦੂਜੇ ਤੱਕ ਵਾਇਰਸ ਨਹੀਂ ਜਾਂਦੀ। ਪਰ ਹੁਣ ਇਹ ਵੀ ਸਾਬਤ ਹੋ ਗਿਆ ਕਿ ਉਹਨਾਂ ਦੇ ਬਾਅਦ ਵੀ, ਵਰਤੋਂ ਦੇ ਬਾਅਦ ਵੀ ਇਹ ਵਾਇਰਸ ਫਿਰ ਵੀ ਕਿਸੇ ਕਾਫੀ ਜਣਿਆਂ ਵਿੱਚ ਯਾਨੀ ਇਹ ਟ੍ਰਾਂਸਫਰ ਹੋਈ ਲੱਭੀ ਜੇ। ਇੰਪੋਰਟੈਂਸ ਕਿਉਂ ਇਸ ਵੇਲੇ ਹੋਈ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਓਰਲ ਕੈਂਸਰਸ ਜੋ ਕਿ ਇਸ ਵੇਲੇ ਨੌਜਵਾਨ ਮੁੰਡਿਆਂ ਵਿੱਚ ਜਾਂ ਮਰਦਾਂ ਵਿੱਚ ਦਿਸਣ ਲੱਗੇ ਨੇ, ਉਹ ਓਰਲ ਸੈਕਸ ਕਾਰਨ ਇਹ ਕੀਟਾਣੂ ਉਧਰ ਜਾਣ ਸਦਕਾ ਹੁਣੇ ਭਾਰੀ ਗਿਣਤੀ ਵਿੱਚ ਉਹ ਕੇਸ ਵੀ ਸ਼ੁਰੂ ਹੋ ਚੁੱਕੇ ਨੇ, ਜਿਸ ਸਦਕਾ ਸ਼ੁਰੂਆਤੀ ਸਮੇਂ, ਕਿਉਂਕਿ ਸਪੀਡ ਬਹੁਤ ਘੱਟ ਹੁੰਦੀ ਜਿਹਦੇ ਸ਼ੁਰੂ ਜਦੋਂ ਇਹ ਹੁੰਦਾ ਜੇ ਕੈਂਸਰ ਵੱਲ ਤਬਦੀਲ, ਤੇ ਉਦੋਂ ਇਹਨਾਂ ਨੂੰ ਖਤਰਾ ਵੱਧ ਹੋਏਗਾ ਵੀ ਇਹ ਕੈਂਸਰ ਅੱਗੋਂ ਬਣੇਗਾ। ਮੇਰਾ ਖਿਆਲ ਹੈ ਉਹ ਜ਼ਰੂਰ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਔਰਤਾਂ ਲੋੜੋਂ ਵੱਧ ਸਿਗਰਟ ਪੀਂਦੀਆਂ ਹੋਣ, ਲੋੜੋਂ ਵੱਧ ਤੋਂ ਮਤਲਬ ਹੈ ਕਿ 1 ਜਾਂ 2 ਸਿਗਰਟ ਜੇ ਉਹ ਰੋਜ਼ ਪੀ ਰਹੀ ਹੈ ਜਾਂ ਇੱਕ ਦਿਨ ਛੱਡ ਕੇ ਵੀ ਲੈ ਰਹੀ ਹੈ, ਅਸੀਂ ਲੋੜੋਂ ਵੱਧ ਹੀ ਕਹਿੰਦੇ। ਤੇ ਕਿਉਂਕਿ ਅਸੀਂ ਔਰਤ ਵਿੱਚ ਇਹਦੀ ਸੰਪੂਰਨ ਇੱਕ ਤਰੀਕੇ ਨਾ ਦੀ ਗੱਲ ਕੀਤੀ ਜਾਂਦੀ ਹੈ ਕਿ ਕਦੇ ਨਾ ਕਦੇ ਇਹਨੇ ਜੇ ਉਸ ਔਰਤ ਨੂੰ ਨਹੀਂ ਤਾਂ ਉਸ ਘਰ ਵਿੱਚ ਜਾਂ ਉਹਦੇ ਆਲੇ ਦੁਆਲੇ ਜਾਂ ਉਹਦੇ ਦੋਸਤਾਂ ਮਿੱਤਰਾਂ 'ਚ ਕਿਸੇ ਨਾ ਕਿਸੇ ਕਿਸਮ ਦਾ ਕੈਂਸਰ ਜ਼ਰੂਰ ਲੱਭਿਆ ਜਾਂਦਾ। ਸੋ ਇਹ ਤਾਂ ਇਹਨੇ ਤਾਂ ਯਾਨੀ ਮਾਰਨੀ ਹੀ ਮਾਰਨੀ। ਇਸੇ ਤਰ੍ਹਾਂ ਜੋ ਔਰਤਾਂ ਸ਼ਰਾਬ ਵੱਧ ਪੀਂਦੀਆਂ ਹੋਣ, ਜਿਨ੍ਹਾਂ ਨੇ ਵੱਧ ਬੱਚੇ ਜੰਮ ਲਏ ਹੋਣ, ਉਹਨਾਂ ਵਿੱਚ ਵੀ ਖਤਰਾ ਇਹ ਵੱਧ ਹੁੰਦਾ। ਨੈਚੁਰਲੀ ਉਹਨਾਂ ਤੁਸੀਂ ਸਰੀਰਕ ਸੰਬੰਧ ਜਿੰਨੇ ਵੱਧ ਹੋਣਗੇ ਉਹਨਾਂ ਵੱਧ ਖਤਰਾ ਹੋ ਜਾਂਦਾ। ਜੇ ਕਿਸੇ ਨੇ ਲੰਮੇ ਸਮੇਂ ਤੱਕ ਗਰਭ ਰੋਕੂ ਗੋਲੀਆਂ ਯਾਨੀ ਗਰਭ ਨਿਰੋਧਕ ਜੋ ਗੋਲੀਆਂ ਹੁੰਦੀਆਂ ਨੇ ਉਹ ਖਾਧੀਆਂ ਜਾਣ, ਉਹਨਾਂ ਵਿੱਚ ਵੀ ਕੈਂਸਰ ਇਹਦਾ ਹੋਣ ਦਾ ਖਤਰਾ ਕਾਫੀ ਵੱਧ ਹੁੰਦਾ ਹੈ। ਜਿਨ੍ਹਾਂ ਨੂੰ ਏਡਜ਼ ਦੀ ਬਿਮਾਰੀ ਹੋਏ ਜਾਂ HIV ਰੋਗ ਤੋਂ ਪੀੜਤ ਹੋਣ ਜਾਂ ਲੰਮੇ ਸਮੇਂ ਤੱਕ ਸਟੀਰੋਇਡ ਖਾਦੇ ਗਏ ਹੋਣ ਜਾਂ ਕਿਸੇ ਦਾ ਇਮਿਊਨ ਸਿਸਟਮ ਹੀ ਠੱਪ ਹੋਇਆ ਕਿਸੇ ਵੀ ਬਿਮਾਰੀ ਕਾਰਨ, ਜਾਂ ਫਿਰ ਉਹ ਔਰਤਾਂ ਜਿਨ੍ਹਾਂ ਦੇ ਕਈਆਂ ਨਾਲ ਸਰੀਰਕ ਸੰਬੰਧ ਬਣੇ ਹੋਣ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਵਾਰਨਿੰਗਸ ਨੇ ਕਿ ਇਹਨਾਂ ਔਰਤਾਂ ਨੂੰ ਵੱਧ ਹੁੰਦਾ, ਯਾਨੀ ਕੈਜੂਅਲ ਸੈਕਸ ਜੋ ਅਸੀਂ ਜਿਸ ਨੂੰ ਨਾਮ ਦਿੰਨੇ ਆ, ਉਹਨਾਂ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਇਸ ਦੀ ਦਰ ਲੱਭੀ ਏ ਵਿਸ਼ਵ ਪੱਧਰ ਤੇ ਵੀ, ਭਾਰਤ। ਹੁਣ ਇਹਦਾ ਕਿਵੇਂ ਅਸੀਂ ਬਚ ਸਕਦੇ ਹਾਂ, ਉਹਦੇ ਬਹੁਤ ਸਿੰਪਲ ਜੇ ਆਧਾਰ ਨੇ। ਜੇ ਇਜਾਜ਼ਤ ਦਿਓ ਮੈਂ ਚਾਹੁੰਦੀ ਹਾਂ ਉਹਦੇ ਬਾਰੇ ਜ਼ਰੂਰ ਆਪਾਂ ਦੱਸ ਸਕੀਏ। ਜੀ ਜੀ ਬਿਲਕੁਲ, ਕਿਉਂਕਿ ਮਕਸਦ ਇਹ ਹੈ ਕਿ ਜੇ ਆਪਾਂ ਇਸ ਪ੍ਰੋਗਰਾਮ ਰਾਹੀਂ ਇੱਕ ਵੀ ਸਾਡੀ ਭੈਣ ਜਾਂ ਬੇਟੀ ਜਾਂ ਮਾਂ ਨੂੰ ਇਸ ਕੈਂਸਰ ਤੋਂ ਬਚਾ ਸਕਦੇ ਹੋਈਏ ਤਾਂ ਬਹੁਤ ਚੰਗੀ ਗੱਲ ਹੋਏਗੀ। ਬਹੁਤ ਸਿੰਪਲ ਜਿਹਾ ਟੈਸਟ ਜੇ, ਇੱਕ ਪੈਪ ਸਮੀਅਰ ਯਾਨੀ ਇੱਕ ਟੈਸਟ। ਉਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ, ਸਾਡੇ ਦਿਮਾਗ ਵਿੱਚ ਕੁਝ ਚੀਜ਼ ਫਿੱਟ ਹੋਈ ਹੈ ਜਿਹਦੇ ਨਾਲ ਅਸੀਂ ਇਹ ਪੱਕਾ ਧਾਰਨ ਕਰ ਲਿਆ ਕਿ ਇੱਕ ਵੀ ਟੈਸਟ ਜੇ ਕੋਈ ਡਾਕਟਰ ਕਹਿੰਦਾ ਹੈ ਨਾ ਤਾਂ ਉਹਦਾ ਮਤਲਬ ਇਹੋ ਹੈ ਕਿ ਉਸ ਡਾਕਟਰ ਨੇ ਕਮਿਸ਼ਨ ਖਾਣੀ ਹੈ। ਸੋ ਪਹਿਲਾ ਜਵਾਬ ਹੁੰਦਾ ਜੇ ਨਾ, ਟੈਸਟਾਂ ਤੋਂ ਬਗੈਰ ਹੀ ਦੇਖ ਲਓ ਜੀ, ਕੋਈ ਦਵਾਈ ਦੇ ਦਿਓ, ਅਸੀਂ ਕਰਾਣੇ ਨਹੀਂ।
ਮੈਂ ਆਪਣੀ ਜ਼ਿੰਦਗੀ ਦੇ ਉੱਤੇ ਆਧਾਰਿਤ ਆਪਣੇ ਤਜਰਬਿਆਂ ਤੋਂ ਵੀ ਦੱਸ ਰਹੀ ਹਾਂ, ਜਿੰਨੇ ਮੇਰੇ ਨਾਲ ਦੇ ਕਲੀਗਸ ਨੇ, ਜਿੰਨੇ ਅਸੀਂ ਵਿਦਿਆਰਥੀ ਪੜ੍ਹਾ ਕੇ ਕੱਢ ਚੁੱਕੇ ਹਾਂ ਹੁਣ ਤੱਕ। ਮੈਨੂੰ ਵੀ 32-33 ਸਾਲ ਹੋ ਗਏ ਇਸ ਤਰ੍ਹਾਂ ਦੇ, ਅਸੀਂ ਸਾਡੇ ਵਿਦਿਆਰਥੀ ਵੀ ਪੜ੍ਹ ਕੇ ਜਾ ਚੁੱਕੇ ਨੇ। ਹਰ ਇੱਕ ਦਾ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ, ਇੱਕੋ ਇੱਕ ਇਹੋ ਸਾਡਾ ਸਾਂਝੀ ਗੱਲ ਹੁੰਦੀ ਜੇ ਕਿ ਜਦੋਂ ਵੀ ਕਿਸੇ ਨੂੰ ਕਿਹਾ ਜਾਵੇ ਸਾਨੂੰ ਇਹ ਡਾਊਟਫੁਲ ਲੱਗਦਾ, ਇਹਦਾ ਟੈਸਟ ਕਰਾ ਲਓ, ਇੱਕੋ ਹੀ ਜਵਾਬ ਹੁੰਦਾ, ਨਾ ਜੀ ਨਾ, ਟੈਸਟ ਤਾਂ ਕਰਾਣੇ ਹੀ ਨਹੀਂ, ਤੁਸੀਂ ਸਾਨੂੰ ਦਵਾਈ ਲਿਖ ਦਿਓ। ਮੈਂ ਉਹਨਾਂ ਸਾਰਿਆਂ ਲਈ ਹੀ ਇਹਦੇ ਨਾਮ ਤੇ ਬਕਾਇਦਾ ਸਾਡੇ ਕਿਤਾਬ ਦੇ ਵਿੱਚ ਛਪ ਕੇ ਆ ਚੁੱਕਿਆ ਹੋਇਆ ਇਡੀਅਟ ਸਿੰਡਰੋਮ ਜੀ, ਜਿਹਦੇ ਨਾਲ ਬਿਮਾਰੀ ਕਈ ਗੁਣਾ ਤੇ ਬਹੁਤ ਸਾਰੀਆਂ ਮੌਤਾਂ ਅਸੀਂ ਹੁੰਦੀਆਂ ਦੇਖੀਆਂ ਨੇ, ਜਿਨ੍ਹਾਂ ਵਿੱਚ ਇੰਟਰਨੈਟ ਡਿਰਾਈਵਡ ਜੋ ਅਸੀਂ ਨੌਲੇਜ ਲੈ ਲੈਂਦੇ ਹਾਂ, ਉਹਨਾਂ ਦੇ ਉੱਤੋਂ ਹੀ ਆਪਣੀ ਮਰਜ਼ੀ ਦੇ ਟੈਸਟ, ਆਪਣੀ ਮਰਜ਼ੀ ਦੀ ਬਿਮਾਰੀ ਲੱਭ ਕੇ ਤੇ ਆਪੇ ਦਵਾਈਆਂ ਵੀ ਖਾ ਲੈਂਦੇ। ਇਹਦਾ ਨਾਮ ਹੈ ਇਡੀਅਟ ਸਿੰਡਰੋਮ, IDIOT, ਇਡੀਅਟ ਸਿੰਡਰੋਮ, ਜੋ ਕਿ ਛਪ ਗਿਆ ਕਿਤਾਬਾਂ 'ਚ ਕਿ ਜਿੰਨੀਆਂ ਐਡਵਾਂਸਡ ਡਿਜ਼ੀਜ਼ਸ ਤੁਹਾਡੇ ਕੋਲ ਪਹੁੰਚਣਗੇ ਉਹਨਾਂ ਦੀ ਹਿਸਟਰੀ ਲਓ ਤੇ ਵਾਕਈ ਅਸੀਂ ਲੈ ਰਹੇ ਹਾਂ। ਹਰ ਇੱਕ ਦਾ ਇੱਕੋ ਹੀ ਹੁੰਦਾ, ਜੇ ਅਸੀਂ ਆਪਣੇ ਲੱਛਣ ਆਪੇ ਹੀ ਪੜ੍ਹ ਲਏ ਸੀ, ਆਪੇ ਹੀ ਟੈਸਟ ਕਰਾ ਲਏ ਸੀ, ਉਹ ਸਾਡੇ ਉਹ ਵੇਲੇ ਨਾਰਮਲ ਆ ਗਏ, ਸੋ ਅਸੀਂ ਇਹ ਕਰਾਇਆ ਹੀ। ਯਾਨੀ ਉਹ ਆਪਣੀ ਬਿਮਾਰੀ ਜੋ ਕਿ ਸਾਨੂੰ ਹੀ ਪੜਨ ਵਿੱਚ 30 ਸਾਲ ਲੱਗ ਜਾਂਦੇ ਨੇ, ਤੁਸੀਂ ਸਮਝ ਸਕਦੇ ਹੋ ਕਿ ਕਿਵੇਂ ਤੁਸੀਂ ਇੰਟਰਨੈਟ ਦੀ 5 ਮਿੰਟ ਦੀ ਨੌਲੇਜ ਵਿੱਚ ਉਹ ਸਾਰੇ ਲੱਛਣ ਆਪਣੇ ਆਪ ਦੇਖ ਸਕਦੇ ਹੋ, ਜੋ ਕਿ ਕਈ ਵਾਰ ਕਿਸੇ ਹੋਰ ਥਾਂ ਤੋਂ ਫੈਲਿਆ ਕੈਂਸਰ ਉੱਥੇ ਆ ਕੇ ਵੀ ਸਿੰਪਟਮ ਕਰ ਸਕਦਾ, ਸੋ ਉਹਦੀ ਬਿਮਾਰੀ ਠੀਕ ਨਹੀਂ ਹੁੰਦੀ ਤੇ ਪੈਪ ਸਮੀਅਰ ਦਾ ਟੈਸਟ ਲਾਜ਼ਮੀ ਜੇ। ਨਾਲੇ ਇੱਕ ਚੀਜ਼ ਹੋਰ ਹੈ ਨਾ, ਇੰਟਰਨੈਟ ਦੇ ਉੱਤੇ ਤਾਂ ਹਰੇਕ ਨੇ ਆਪੋ ਆਪਣੇ ਦਿਮਾਗ ਦੀ ਉਪਜ ਜਿਹੜੀ ਉਹ ਰੱਖੀ ਹੋਈ ਹੈ, ਆਪੋ ਆਪਣੇ ਤਜਰਬੇ ਰੱਖੇ ਹੋਏ ਆ, ਉਹਦੇ ਵਿੱਚ ਪਤਾ ਨਹੀਂ ਹੁਣ ਤੁਸੀਂ ਕਿਹੜਾ ਵਰਤਿਆ ਤੇ ਕਿਹੜਾ ਨਹੀਂ, ਉਹ ਵੀ ਨੁਕਸਾਨਦੇਹ ਹੈ। ਬਿਲਕੁਲ, ਕਿਉਂਕਿ ਮੈਡੀਕਲ ਸਾਇੰਸ ਸਿਰਫ ਖੋਜਾਂ ਦੇ ਉੱਤੇ ਆਧਾਰਿਤ ਹੈ ਕਿ ਤੁਸੀਂ ਜਿਵੇਂ 1 ਕਰੋੜ ਬੰਦਿਆਂ ਤੇ ਇਹ ਅਜ਼ਮਾਇਆ, ਫਿਰ ਉਸ ਤੋਂ ਬਾਅਦ ਨਵੀਆਂ ਖੋਜਾਂ ਆ ਜਾਣੀਆਂ ਜੇ, ਹਾਂਜੀ ਇਹ ਨਾ 1 ਕਰੋੜ ਦੇ ਵਿੱਚੋਂ ਆ 30,000 ਤੇ ਆ ਇਹ ਦੇਖੇ ਗਏ ਬਾਅਦ ਚ ਲੱਛਣ, ਹੁਣ ਅਸੀਂ ਇੱਕ ਹੋਰ ਐਡਵਾਂਸਡ ਦਵਾਈ ਲਿਆਏ ਆ ਜਾਂ ਹੋਰ ਐਡਵਾਂਸਡ ਅਸੀਂ ਗਾਮਾ ਨਾਈਫ ਜਿਵੇਂ ਆਪਰੇਸ਼ਨ ਤੱਕ ਆ ਗਏ ਨੇ ਕਿ ਅਸੀਂ ਉਹ ਕਿਵੇਂ ਬਿਲਕੁਲ ਫਾਈਨ ਉਹਦੀ ਸਰਜਰੀ ਕਰਕੇ ਓਨਾ ਹੀ ਏਰੀਆ ਵੀ ਕੱਢਿਆ ਜਾ ਸਕਦਾ। ਉਹ ਹਰ ਇੱਕ ਦੀ ਸਰੀਰ ਨਾਲ, ਕਿਸੇ ਨੂੰ ਮਿਸਾਲ ਵਜੋਂ ਬਲੱਡ ਪ੍ਰੈਸ਼ਰ ਨਾਲ ਵਧਿਆ ਹੋਇਆ, ਕਿਸੇ ਨੂੰ ਸ਼ੱਕਰ ਰੋਗ ਹੈ, ਕਿਸੇ ਨੂੰ ਜੋੜਾਂ ਦਾ ਰੋਗ ਹੈ, ਕਿਸੇ ਨੂੰ ਕੋਈ ਵੱਖਰੀਆਂ ਅਲਰਜੀਜ਼ ਨੇ, ਉਸੇ ਹਿਸਾਬ ਨਾਲ ਹਰ ਕਿਸੇ ਦਾ ਇਲਾਜ, ਹਰ ਕਿਸੇ ਦੀ ਡੋਜ਼, ਸਭ ਕੁਝ ਵਾਕੇ। ਪਰ ਸਾਨੂੰ ਚਾਹੇ ਤੇ ਖਾਸ ਤੌਰ ਤੇ ਕਿੱਥੋਂ ਨਾ ਜੀ, ਤੁਹਾਡੀ ਟੀਵੀ ਦੀ ਵਧਾਈ ਹੋਈ ਹੈ ਕਿ ਇੰਨਾ ਜ਼ਿਆਦਾ ਦੇਖਿਆ ਜਾਂਦਾ ਕਿ ਆਮ ਹੀ ਮੈਨੂੰ ਫੋਨ ਅਨੇਕ ਆਉਂਦੇ ਨੇ ਸਿਰਫ ਇਸ ਕਾਰਨ, ਦੱਸਿਓ ਜੀ ਫਲਾਣੀ ਚੀਜ਼ ਸਾਨੂੰ ਹੋ ਗਈ ਹੈ, ਫਟਾਫਟ ਐਮਰਜੈਂਸੀ ਦਵਾਈ ਲਿਖਾਓ। ਇਸ ਤਰ੍ਹਾਂ ਦੀ ਚੀਜ਼ ਹੁੰਦੀ ਨਹੀਂ। ਬਿਲਕੁਲ, ਕਈ ਮੈਸੇਜ ਜਿਹੜੇ ਆ ਉਹ ਆਪਾਂ ਦੇਖਦੇ ਹੁੰਦੇ ਆ ਕਿ ਬਾਅਦ ਚ ਮੈਸੇਜ ਕਰ ਕਰਕੇ ਵੀ ਨੰਬਰ ਮੰਗੀ ਜਾਂਦੇ ਆ ਕਿ ਆਹ ਵਾਲੀ ਦਿੱਕਤ ਹੈ ਔਰ ਸਾਨੂੰ ਨਾਲ ਦੀ ਨਾਲ ਇਲਾਜ ਦੱਸ ਦਿਓ, ਇਹਦਾ ਕੀ ਹੈਗਾ ਜੀ। ਬਿਲਕੁਲ, ਪਰ ਉਹ ਬਿਲਕੁਲ ਹੀ ਸੰਭਵ ਨਹੀਂ। ਸ਼ੁਕਰ ਹੈ ਸਾਡੇ ਹਾਈ ਕੋਰਟ ਵੱਲੋਂ ਵੀ ਇਹ ਚੀਜ਼ ਵਾਰਨਿੰਗ ਜਾਰੀ ਹੋਈ ਹੈ ਕਿ ਤੁਸੀਂ WhatsApp ਜਾਂ ਫੋਨਾਂ ਤੇ ਡਾਕਟਰੀ ਸਲਾਹ ਨਹੀਂ ਲਓ, ਕਿਉਂਕਿ ਮੈਂ ਜਿਵੇਂ ਦੱਸਿਆ ਕਿ ਹਰ ਕਿਸੇ ਨੂੰ ਟੋਹ ਕੇ ਦੇਖਣ 'ਚ ਹੀ ਪਤਾ ਲੱਗਦਾ ਵੀ ਉਹ ਇਹਦਾ ਤਾਂ ਜਿਗਰ ਵਧਿਆ ਪਿਆ, ਉਹ ਇਹਦਾ ਤਾਂ ਗੁਰਦਾ ਵਧਿਆ ਪਿਆ, ਯਾਨੀ ਇਹਦੇ ਥਾਇਰੋਇਡ ਦਿਸ ਰਿਹਾ। ਉਹ ਚੀਜ਼ਾਂ ਕੁਝ ਦੇਖ ਕੇ ਪਤਾ ਲੱਗਦੀਆਂ ਨੇ, ਜਿਹੜੀਆਂ WhatsApp ਉੱਤੇ ਜਾਂ ਵੀਡੀਓ ਕਾਲਸ ਤੇ ਨਹੀਂ। ਤੁਹਾਨੂੰ ਸਾਹਮਣੇ ਬਿਠਾ ਕੇ ਬੱਚੇ ਨੂੰ ਜਾਂ ਵੱਡੇ ਨੂੰ ਕਿਸੇ ਨੂੰ ਜੱਜ ਕਰਨਾ ਪੈਂਦਾ, ਫਿਰ ਇੰਡੀਵਿਜੂਅਲ ਟ੍ਰੀਟਮੈਂਟ ਹੁੰਦੀ ਜੇ, ਨਾ ਕਿ ਤੁਸੀਂ ਕਿ ਹਰ ਕਿਸੇ ਨੂੰ ਇੱਕੋ ਜਿਹੀ ਹੀ ਅਸੀਂ ਇਲਾਜ ਸ਼ੁਰੂ ਕਰ ਲਈਏ। ਸੋ ਇਹਦਾ ਮਤਲਬ ਹੈ ਕਿ ਅਸੀਂ ਜੇ ਕਿਸੇ ਨੇ ਹੁਣ ਜਿਵੇਂ ਮੈਂ ਦੱਸਿਆ, ਕਈ ਕਿਸੇ ਨੂੰ ਵਧਣ ਦੇ ਅਸਾਰ ਨੇ, ਕਿਸੇ ਨੂੰ ਨਹੀਂ। ਸੋ ਪੈਪ ਸਮੀਅਰ ਤੇ ਮੈਂ ਵਾਪਸ ਆਉਣੀ ਆ ਕਿ ਪੈਪ ਸਮੀਅਰ ਇੱਕ ਬੜਾ ਸਿੰਪਲ ਜਿਹਾ ਲੈਬੋਰੇਟਰੀ 'ਚ ਹੋਣ ਵਾਲਾ ਟੈਸਟ ਹੈ, ਜਿਹਦੇ 'ਚ ਤੁਸੀਂ ਸਿਰਫ ਉਹ ਕਾਟਨ ਦੀ ਲੈ ਕੇ ਟੱਚ ਕਰਕੇ ਉੱਥੋਂ ਥੋੜਾ ਜਿਹਾ, ਯਾਨੀ ਬੱਚੇਦਾਨੀ ਦੇ ਮੂੰਹ ਤੋਂ ਰੱਤੀ ਕੁ ਸਿਰਫ ਉਹ ਟੱਚ ਕਰਕੇ ਉੱਥੋਂ ਸੈੱਲ ਦੇਖਣੇ ਨੇ ਕਿਹੜੇ ਨੇ, ਕਿਸ ਤਰੀਕੇ ਦੇ ਨੇ, ਕਿ ਉੱਥੇ ਕੋਈ ਕੈਂਸਰ ਦੀ ਸ਼ੁਰੂਆਤੀ ਦੌਰ ਵਿੱਚ ਤਾਂ ਨਹੀਂ ਹੈ। ਸੋ ਉਹਦੇ ਲਈ ਜੋ ਵਾਰਨਿੰਗਸ ਨੇ ਜੋ ਜਾਰੀ ਹੋਈਆਂ ਕਿ 21 ਤੋਂ 31 ਸਾਲਾਂ ਦੀ ਉਮਰ ਵਿੱਚ ਜੇ ਤੁਸੀਂ ਹਰ ਔਰਤ ਦੀ ਗੱਲ ਕਰ ਰਹੀ, ਖਾਸ ਤੌਰ ਤੇ ਜਿਹਦਾ ਵਿਆਹ ਹੋ ਚੁੱਕਾ ਹੈ 21 ਤੋਂ 31 ਸਾਲ ਦੀ, ਜਾਂ ਜਿਹੜੀ ਅਨਮੈਰਿਡ ਵੀ ਹੈ ਬਟ ਉਹਦੇ ਸੈਕਸੁਅਲ ਪਾਰਟਨਰਸ ਨੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਚ ਹੈ ਜਾਂ ਜਿਵੇਂ ਵੀ ਹੈ, ਯਾਨੀ ਈਵਨ ਜੇ ਫਸਟ ਵੀ ਉਹਦਾ ਹੋਇਆ ਸਰੀਰਕ ਸੰਬੰਧ ਕਿਸੇ ਵੀ ਵੇਲੇ, ਤਾਂ 21 ਤੋਂ 31 ਸਾਲ ਦੀ ਔਰਤ ਦਾ ਹਰ 3 ਸਾਲਾਂ ਬਾਅਦ ਇੱਕ ਵਾਰੇ ਟੈਸਟ ਹੋਣਾ ਜ਼ਰੂਰੀ ਜੇ। ਯਾਨੀ 1 ਸਕਿੰਟ ਤੋਂ ਵੀ ਘੱਟ ਦਾ ਉਹ ਟੈਸਟ ਜੇ, ਤੇ ਉਹ ਲੈਬੋਰੇਟਰੀ ਵਿੱਚ ਹੀ ਤੁਹਾਡੇ ਟੈਸਟ 'ਚ ਪਤਾ ਲੱਗ ਜਾਣਾ। ਇਸੇ ਤਰ੍ਹਾਂ 31 ਤੋਂ 65 ਸਾਲਾਂ ਦੀ ਉਮਰ ਦੀ ਜਿਹੜੀ ਔਰਤ ਹੈ, ਉਹਨੂੰ ਹਰ 5 ਸਾਲਾਂ 'ਚ ਇੱਕ ਵਾਰ, ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ, ਯਾਨੀ 5 ਸਾਲਾਂ 'ਚ ਇੱਕ ਟੈਸਟ ਰੂਟੀਨ ਟੈਸਟ ਵਜੋਂ
ਆਪਾਂ ਜੇ ਵਿਕਸਿਤ ਮੁਲਕਾਂ ਚ ਸਾਨੂੰ ਪਤਾ ਹੈ ਕਿ ਜਿਹੜਾ ਵੀ ਸਾਨੂੰ ਕਿਹਾ ਜਾਂਦਾ ਵੀ ਐਦੋਂ ਫਲੂ ਲੱਗਣਾ ਹੈ, ਤਾਂ ਇਹ ਲੱਗਣਾ, ਆਪਾਂ ਟਾਈਮ ਨੋਟ ਕਰਕੇ ਸਭ ਜਾਣਦੇ ਆ। ਤਾਂ ਭਾਰਤ ਵਿੱਚ ਕੁਝ ਮੈਂ ਵਾਕਈ ਮੰਨਦੀ ਹਾਂ, ਕੁਝ ਡਾਕਟਰਾਂ ਨੇ ਵਾਕਈ ਹੱਥ ਚੁੱਕੀ ਹੈ ਕਿ ਬੇਲੋੜੇ ਟੈਸਟਾਂ ਰਾਹੀਂ ਜੋ ਵੀ, ਚਲੋ ਛੱਡੋ, ਮੈਂ ਕੁਝ ਨਹੀਂ ਕਹਿੰਦੀ, ਪਰ ਇਹ ਚੀਜ਼ ਸਿੱਧਾ ਲੈਬੋਰੇਟਰੀ ਜਾ ਕੇ ਵੀ ਜੇ ਹਰ 3 ਸਾਲਾਂ ਬਾਅਦ 31 ਤੋਂ ਘੱਟ ਜਾਂ 31 ਤੋਂ ਬਾਅਦ ਹਰ 5 ਸਾਲਾਂ ਬਾਅਦ ਇੱਕ ਸਿਰਫ ਇਹ ਟੈਸਟ ਹੀ ਕਰਵਾ ਲਿਆ ਜਾਵੇ ਤਾਂ ਬਹੁਤ ਅਹਿਮ ਜੇ, ਜਿਹਦੇ ਨਾਲ ਤੁਸੀਂ ਬਿਮਾਰੀ ਲੱਭ ਸਕਦੇ ਹੋ। ਤੇ ਇਸ ਬਿਮਾਰੀ ਦਾ ਜੇ ਉਹ ਹੈ ਤਾਂ ਵਕਤੀ, ਜਿਵੇਂ ਮੈਂ ਦੱਸਿਆ ਕਿ ਤੁਸੀਂ ਉਹਦਾ ਟੈਸਟ ਕਰਵਾਉਣ ਤੋਂ ਬਾਅਦ ਡਾਕਟਰੀ ਐਗਜ਼ਾਮੀਨੇਸ਼ਨ ਕਰਾਣੀ ਜ਼ਰੂਰੀ ਹੈ ਕਿ ਕੀ ਉਸ ਥਾਂ ਦੇ ਸੈੱਲ ਕੁਝ ਵਾਕਈ ਦਿਸਣ ਵਿੱਚ, ਯਾਨੀ ਇੰਟਰਨਲ ਐਗਜ਼ਾਮੀਨੇਸ਼ਨ ਜ਼ਰੂਰੀ ਹੈ ਕਿ ਕੀ ਕੋਈ ਉੱਥੇ ਸੈੱਲਾਂ 'ਚ ਦੇਖਣ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ, ਕੋਈ ਕਲਰ ਦੀ ਚੇਂਜ ਹੋਇਆ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ, ਜਿਹਦੇ ਨਾਲ ਉਹ ਉਸੇ ਸਮੇਂ ਉਹਨਾਂ ਥਾਂ ਸਾੜ ਕੇ ਉੱਥੇ ਹੀ ਠੀਕ ਕਰ ਸਕਦੇ ਨੇ, ਦਵਾਈ ਹੀ ਲਾ ਦਿੱਤੀ ਜਾਂਦੀ ਜਿਹਦੇ ਨਾਲ ਕੈਂਸਰ ਅੱਗੋਂ ਬਣਦਾ ਹੀ ਨਹੀਂ। ਹੁਣ ਜੋ ਟੀਕਾ, ਜਿਵੇਂ ਮੈਂ ਜ਼ਿਕਰ ਕਰਦੀ ਹਾਂ, ਉਹਦਾ ਵੀ ਜ਼ਰੂਰ ਕਰਾਂਗੇ ਗੱਲ, ਪਰ ਇਹਦੇ ਨਾਲ ਇੱਕ ਹੋਰ ਐਡਵਾਂਸ ਟੈਸਟ ਜੇ ਉੱਥੇ ਤੁਹਾਨੂੰ ਸ਼ੱਕ ਕਿਸੇ ਤਰ੍ਹਾਂ ਪੈ ਰਿਹਾ ਜੇ ਤਾਂ DNA ਟੈਸਟਿੰਗ ਹੋ ਜਾਂਦੀ ਹੈ, ਜਿਹਦੇ ਨਾਲ ਸਰਵਿਕਸ ਦਾ ਕੁਝ ਉਸ ਥਾਂ ਤੇ ਹੀ ਲੈ ਕੇ, ਥੋੜਾ ਜਿਹਾ ਥਾਂ ਤੋਂ ਹੀ ਹਿੱਸਾ ਲੈ ਕੇ ਤੇ ਉਹ ਟੈਸਟ ਹੋ ਜਾਂਦਾ ਜੇ, ਤੇ ਜੇ ਲੱਗੇ ਕਿ ਕੈਂਸਰ ਸ਼ੁਰੂਆਤੀ ਦੌਰ 'ਚ ਹੈ ਤਾਂ ਫਿਰ ਉੱਥੇ ਦੀ ਬਾਇਓਪਸੀ ਵੀ ਲੈਣੀ ਪੈ ਸਕਦੀ ਹੈ। ਹੁਣ ਉਹ ਸਾਰਾ ਕੁਝ ਦੇ ਹਿਸਾਬ ਨਾਲ ਦਰਅਸਲ ਫਿਰ ਕੀਤਾ ਜਾਂਦਾ ਕਿ ਕੀ ਸਟੇਜਿੰਗ ਹੈ, ਯਾਨੀ ਉੱਥੇ ਹੀ ਹੈ ਜਾਂ ਆਸ-ਪਾਸ ਗੰਢਾਂ ਬਣ ਚੁੱਕੀਆਂ ਨੇ, ਬੱਚੇਦਾਨੀ ਤੱਕ ਜਾ ਚਲਾ ਗਿਆ, ਜਾਂ ਫਿਰ ਸਰੀਰ ਦੇ ਹੋਰਨਾਂ ਅੰਗਾਂ ਤੱਕ ਫੈਲ ਚੁੱਕਿਆ ਜਾਂ ਨਹੀਂ। ਇਸ ਹਿਸਾਬ ਨਾਲ ਤੁਹਾਨੂੰ ਪੈਟ ਸਕੈਨ ਵੀ ਕਰਾਉਣਾ ਪੈ ਸਕਦਾ ਹੈ, MRI ਵੀ ਕਿਸੇ ਥਾਂ ਦੀ ਹੋ ਸਕਦੀ ਹੈ। ਸੋ ਸਾਰੇ ਲੋੜੀਂਦੇ ਟੈਸਟ ਬਿਨਾਂ ਦੇਰੀ ਦੇ ਤੁਰੰਤ ਕਰਵਾ ਲੈਣੇ ਚਾਹੀਦੇ ਜੀ। ਜਦੋਂ ਜੀ ਜਦੋਂ ਆਪਾਂ ਟੈਸਟ ਕਰਵਾ ਲੈਂਦੇ ਆ, ਉਹਦੇ ਵਿੱਚ ਜੇ ਲੱਛਣ ਆ ਗਏ, ਪਤਾ ਲੱਗ ਗਿਆ, ਤਾਂ ਫਿਰ ਉਸ ਤੋਂ ਬਾਅਦ ਅੱਗੇ ਕੀ ਪ੍ਰੋਸੈਸ ਹੁੰਦਾ ਇਹਦਾ? ਅੱਗੇ ਇਲਾਜ ਵਾਲੇ ਪਾਸੇ ਕਿਸ ਤਰ੍ਹਾਂ ਤੁਰਨਾ ਆ ਜਾਂ ਕਿਹਦੇ ਤੋਂ ਸਲਾਹ ਲਈ ਜਾਵੇ? ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਜੀ। ਜੇ ਇਹ ਲੱਛਣ ਦਿਸਣ ਲੱਗ ਪਏ ਨੇ ਤਾਂ ਪਹਿਲੀ ਚੀਜ਼ ਤਾਂ ਹੈ ਕਿ ਓੜ-ਪੋੜ ਕਰਨਾ ਛੱਡ ਦੇ, ਬਿਲਕੁਲ, ਬਸ ਬਹੁਤ ਹੋ ਗਿਆ। ਕੋਈ ਘਰੇਲੂ ਨੁਸਖਾ ਨਹੀਂ ਅਜ਼ਮਾਣਾ, ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹੋ ਜਿਹੀ ਚੀਜ਼ ਛੱਡ ਕੇ ਤੁਰੰਤ ਸਪੈਸ਼ਲਿਸਟ ਡਾਕਟਰ ਕੋਲ ਜਾਓ। ਕੈਂਸਰ ਸਪੈਸ਼ਲਿਸਟ ਕੋਲ ਜਾਣ ਦੀ ਲੋੜ ਹੈ, ਜਿੰਨਾ ਚੰਗਾ ਜਾਂ ਨਾਮ ਵਾਲਾ ਹਸਪੀਟਲ ਹੋਏਗਾ, ਬਹੁਤ ਸਾਰੇ ਨੇ, ਟਾਟਾ ਮੈਮੋਰੀਅਲ ਹੈ, ਰਾਜੀਵ ਗਾਂਧੀ ਹੈ ਸਾਡੇ ਇੱਥੇ, ਜੋ ਮੈਂ ਇੰਡੀਆ ਦਾ ਦੱਸ ਦਿੰਦੀ ਹਾਂ, ਜਿੱਥੇ ਕਿ ਬਾਹਰੋਂ ਵੀ, ਬਾਹਰਲੇ ਮੁਲਕਾਂ ਤੋਂ ਵੀ ਪਹੁੰਚੇ ਨੇ, ਜਾਂ ਤੁਹਾਡੇ ਆਪਣੇ ਮੁਲਕ ਵਿੱਚ ਵੀ ਜਿਹੜਾ ਵੀ ਕੈਂਸਰ ਨੂੰ, ਜੌਨ ਹੌਪਕਿੰਸ ਹੈ ਜਾਂ ਹੋਰ ਬਹੁਤ ਸਾਰੇ ਨੇ ਜਿਨ੍ਹਾਂ ਦੇ ਕੈਂਸਰ ਦੇ ਉੱਤੇ ਕਾਫੀ ਲੰਮੇ ਸਮੇਂ ਤੱਕ ਖੋਜ ਵੀ ਕੀਤੀ ਹੈ ਤੇ ਜਿਨ੍ਹਾਂ ਦੇ ਰਿਜ਼ਲਟਸ ਬਹੁਤ ਵਧੀਆ ਨੇ। ਪਹਿਲੀ ਸਟੇਜ ਦੇ ਵਿੱਚ ਤਾਂ ਉਹਨਾਂ ਆਪਰੇਸ਼ਨ ਹੁਣ ਬਹੁਤ ਐਡਵਾਂਸਡ ਤਰੀਕੇ ਆ ਚੁੱਕੇ ਨੇ, ਉਹਦਾ ਆਪਰੇਸ਼ਨ ਕਰਨਾ ਲਾਜ਼ਮੀ ਜੇ। ਸੋ ਉਹਦੇ ਆਲੇ ਦੁਆਲੇ ਦੇ ਹਿੱਸਾ ਵੀ ਕੱਢਣਾ ਪੈ ਸਕਦਾ ਜੇ ਤੁਸੀਂ ਆਸ-ਪਾਸ ਉਹਦੇ ਬੱਚੇਦਾਨੀ ਦੇ ਨਾਲ ਕੱਢਣਾ ਪੈ ਜਾਂਦਾ ਹੈ। ਰੇਡੀਏਸ਼ਨ ਕਿਰਨਾਂ ਦੀ ਵੀ ਲੋੜ ਪੈ ਸਕਦੀ ਹੈ। ਫਿਰ ਇਹਦੇ ਨਾਲ ਤੁਹਾਨੂੰ ਯਾਨੀ ਕੀਮੋਥੈਰੇਪੀ ਦੀ ਵੀ ਲੋੜ ਪੈ ਸਕਦੀ ਹੈ। ਉਹ ਅਸਲ 'ਚ ਬਹੁਤ ਸਾਈਡ ਇਫੈਕਟਸ ਕਈ ਵਾਰ ਹੁੰਦੇ ਨੇ, ਦਿਲ ਕੱਚਾ ਹੋਣਾ, ਉਲਟੀਆਂ ਆਣੀਆਂ, ਟੱਟੀਆਂ ਲੱਗਣੀਆਂ, ਸੈੱਲਾਂ ਦਾ ਘਟ ਜਾਣਾ, ਭਾਰ ਘਟਣਾ, ਕਮਜ਼ੋਰੀ, ਫਿਰ ਵਾਲਾਂ ਦਾ ਝੜਨਾ। ਉਹਦੇ ਵਿੱਚ ਹੁਣ ਕੁਝ ਐਡਵਾਂਸਡ ਚੀਜ਼ਾਂ ਆ ਚੁੱਕੀਆਂ ਨੇ ਜਿਨ੍ਹਾਂ ਦੇ ਬਾਰੇ, ਯਾਨੀ ਅਸੀਂ ਇੱਕ ਨਵੀਂ ਖੋਜ, ਜੋ ਮੈਂ ਜਿਵੇਂ ਦੱਸਿਆ ਕਿ ਖੋਜਾਂ ਦੇ ਉੱਤੇ ਆਧਾਰਿਤ ਇੱਕ ਨਵੀਂ ਕਿਸਮ ਦੀ ਖੋਜ ਜੋ ਬਹੁਤ ਸਕਸੈਸਫੁਲ ਵੀ ਹੋਈ ਹੈ ਕਿ ਇੰਨਾ ਐਡਵਾਂਸਡ, ਯਾਨੀ ਮਾੜੇ ਹਾਲ 'ਚ ਜਾਣ ਦੀ ਥਾਂ ਇੱਕ ਕੈਂਸਰ ਸੈੱਲਾਂ ਨੂੰ ਪ੍ਰੋਟੀਨ ਜਿਹੜੀ ਖੁਰਾਕ ਪਹੁੰਚਾਉਂਦੀ, ਇਹ ਲੱਭੀ ਜਾ ਚੁੱਕੀ ਜੀ। ਸ਼ਾਬਾਸ਼ ਤੇ ਵੈਸੇ ਉਹ ਸਾਰੇ ਖੋਜੀ ਜਿਹੜੇ ਇਸ ਪਾਸੇ ਆਪਣੀ ਉਮਰ ਲਾ ਰਹੇ ਨੇ ਦੂਜਿਆਂ ਦੀ ਉਮਰ ਲੰਬੀ ਕਰਨ ਲਈ। ਅਫਸੋਸ ਕਿ ਇਹ ਲੋਕਾਂ ਨੂੰ ਕਿਤੇ ਵੀ ਅਸੀਂ ਯਾਨੀ ਉਹ ਵੱਡੇ ਇਨਾਮ ਨਹੀਂ ਦੇ ਸਕੇ। ਕੋਈ ਇੱਕ ਗੀਤ ਸੰਗੀਤ ਕਰ ਜਾਵੇ ਜਾਂ ਕੋਈ ਇੱਕ ਪ੍ਰਧਾਨ ਮੰਤਰੀ ਦੇ ਨਾਮ ਦੀ ਸਿਫਤ ਦੀ ਕੋਈ ਕਵਿਤਾ ਲਿਖ ਦੇਵੇ ਤਾਂ ਉਹਨੂੰ ਪਦਮ ਸ਼੍ਰੀ ਤੱਕ ਮਿਲ ਜਾਂਦਾ। ਪਰ ਜੋ ਜ਼ਿੰਦਗੀਆਂ ਲਾ ਜਾਂਦੇ ਨੇ ਖੋਜਾਂ ਉੱਤੇ ਕਿਸੇ ਹੋਰ ਦੀ ਜਾਨ ਬਚਾਉਣ ਲਈ, ਸਮੁੱਚੀ ਮਨੁੱਖਤਾ ਲਈ, ਉਹਨਾਂ ਨੂੰ ਇਸ ਚੀਜ਼ ਲਈ ਅਣਗੌਲਿਆ ਕੀਤਾ ਜਾਂਦਾ। ਖੈਰ ਜੋ ਵੀ ਹੈ, ਪਰ ਇਹ ਲੋਕ ਵਾਕਈ ਸਨਮਾਨ ਦੇ ਹੱਕਦਾਰ ਨੇ ਕਿ ਹੁਣ ਉਹ ਪ੍ਰੋਟੀਨ ਜੇ ਇੱਕ ਜਿਹਨੂੰ ਅਸੀਂ ਵੈਸਕੂਲਰ ਐਂਡੋਥੀਲੀਅਲ ਗਰੋਥ ਫੈਕਟਰ ਕਹਿੰਦੇ ਆ, ਇਹਨੂੰ ਦਵਾਈ ਨਾਲ ਇਸ ਪ੍ਰੋਟੀਨ ਨੂੰ ਹੀ ਖਤਮ ਕਰ ਦਿੱਤਾ ਜਾਂਦਾ। ਯਾਨੀ ਕੈਂਸਰ ਸੈੱਲ ਆਪੇ ਹੀ ਸੁੱਕ ਕੇ ਮਰ ਜਾਣ ਭੁੱਖੇ ਹੀ, ਉਹਨਾਂ ਨੂੰ ਖੁਰਾਕ ਹੀ ਨਹੀਂ ਪਹੁੰਚਦੀ। ਸੋ ਬੜੀ ਐਡਵਾਂਸਡ ਥੈਰੇਪੀ ਜਿਹਦੇ ਨਾਲ
ਕਾਫੀ ਘੱਟ ਸਾਈਡ ਇਫੈਕਟਸ ਨੇ ਤੇ ਬੜੀਆਂ ਜਾਨਾਂ ਬਚੀਆਂ ਨੇ। ਬਿਲਕੁਲ ਇੰਜ ਹੀ ਇਮਿਊਨ ਥੈਰੇਪੀ ਜੇ ਕਿ ਆਪਣੀ ਸਰੀਰ ਦੇ ਸੈੱਲਾਂ ਨੂੰ, ਉਹਨਾਂ ਦੀ ਇਮਿਊਨਿਟੀ ਨੂੰ ਤਗੜਾ ਕਰ ਦਿੱਤਾ ਜਾਏ, ਇਸ ਤਰੀਕੇ ਨਾਲ ਕੈਂਸਰ ਦੇ ਸੈੱਲਾਂ ਨੂੰ ਮਾਰਨ ਲਈ ਤਿਆਰ ਕਰ ਦਿੱਤਾ ਜਾਂਦਾ ਕਿ ਤੁਸੀਂ ਯਾਨੀ ਉਹ ਸੈੱਲ ਜਿਵੇਂ ਹੁੰਦਾ ਉਹਦੇ ਆਸ-ਪਾਸ ਇੱਕ ਸੈਂਸਰ ਲੱਗੇ ਹੁੰਦੇ ਨੇ ਜਿਹੜੇ ਇਹਨਾਂ, ਜਦੋਂ ਸਾਡੀ ਇਮਿਊਨਿਟੀ ਦੇ ਸੈੱਲ ਉਹਨਾਂ ਨੂੰ ਫੜਨ ਜਾਂਦੇ ਨੇ, ਉਹਨਾਂ ਨੂੰ ਪਹਿਲਾਂ ਹੀ ਮਾਰ ਮੁਕਾਉਂਦੇ ਨੇ। ਉਹ ਸੈਂਸਰ ਜੋ ਆਸ-ਪਾਸ ਨੇ ਉਹਨਾਂ ਨੂੰ ਉਡਾ ਦਿੱਤਾ ਜਾਂਦਾ ਕਿ ਉਹ ਸੈੱਲ ਯਾਨੀ ਚੱਬੇ ਨਾ ਜਾਣ ਤੇ ਫਿਰ ਉਹ ਕੈਂਸਰ ਨੂੰ ਦੇ ਸੈੱਲਾਂ ਨੂੰ ਆਪ ਦਬੋਚ ਲੈਂਦੇ ਨੇ। ਤਾਂ ਇਹਨੂੰ ਅਸੀਂ ਇਮਿਊਨ ਟੀ ਸੈੱਲ ਨੇ ਇਹਦੇ ਨੂੰ ਵਰਤੋਂ ਚ, ਯਾਨੀ ਇਸ ਤਰੀਕੇ ਦੀਆਂ ਬੜੀਆਂ ਐਡਵਾਂਸ ਥੈਰੇਪੀਜ਼ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਰੰਤ ਵਰਤਣਾ ਚਾਹੀਦਾ। ਦਰਅਸਲ ਜਿਨ੍ਹਾਂ ਨੂੰ ਇਹ ਟੀਕਾ, ਜਿਵੇਂ ਮੈਂ ਜੋ ਜ਼ਿਕਰ ਕੀਤਾ ਸੀ, ਲੱਗਣਾ ਚਾਹੀਦਾ ਜ਼ਰੂਰ, ਜਿਸ ਤੋਂ ਬਚਾਓ ਹੋ ਸਕਦਾ, ਜਿਨ੍ਹਾਂ ਨੂੰ ਲੱਗਿਆ ਹੋਵੇ ਤਾਂ ਵੀ, ਕਿਉਂਕਿ ਕੁਝ ਫੀਸਦ ਵਿੱਚ 100% ਪ੍ਰੋਟੈਕਸ਼ਨ ਨਹੀਂ ਹੈ, ਭਾਵੇਂ ਉਹਦੇ ਚ 90% ਪ੍ਰੋਟੈਕਸ਼ਨ ਕਹਿੰਦੇ ਨੇ, ਪਰ ਉਹਦੇ ਨਾਲ ਵੀ ਇਹ ਟੈਸਟ ਜਿਹੜਾ ਪੈਪਸਮੀਅਰ ਜ਼ਰੂਰ ਹੋਣਾ ਚਾਹੀਦਾ। ਦਰਅਸਲ ਹੁੰਦਾ ਉਹਨੂੰ ਜੋ ਇਸ ਵੇਲੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਜੋ ਰਿਕਮੈਂਡੇਸ਼ਨਸ ਨੇ ਕਿ 9 ਤੋਂ 14 ਸਾਲ ਦੇ ਮੁੰਡੇ ਤੇ ਕੁੜੀਆਂ ਦੋਨਾਂ ਨੂੰ ਹਰ ਹਾਲ ਵਿੱਚ, ਯਾਨੀ ਫਸਟ ਸੈਕਸੁਅਲ ਇੰਟਰਕੋਰਸ ਤੋਂ ਪਹਿਲਾਂ ਇਹ ਲੱਗਣਾ ਲਾਜ਼ਮੀ ਹੈ। ਹਰ ਯਾਨੀ ਜਿਹੜਾ ਮੁੰਡਾ ਹੈ ਕਿ ਭਾਵੇਂ ਕੁੜੀ ਹੈ, ਜੋ ਪਹਿਲਾਂ ਸਿਰਫ ਕੁੜੀਆਂ ਨੂੰ ਲੱਗਦਾ ਸੀ ਹੁਣ ਮੁੰਡਿਆਂ ਲਈ ਲਾਜ਼ਮੀ ਕਰ ਦਿੱਤਾ। ਗਾਰਡਾਸਿਲ 9 ਹੈਗਾ ਜੇ, ਜੋ 6 ਜਾਂ 9 ਜਾਂ 6 ਜਾਂ 12 ਮਹੀਨਿਆਂ ਦੇ ਗੈਪ ਤੇ ਇਹ 2 ਵਾਰ ਸਿਰਫ ਲਾਇਆ ਜਾਂਦਾ ਹੈ। ਅੱਛਾ। ਤੇ ਜੇ ਉਮਰ 15 ਸਾਲ ਤੋਂ ਵੱਧ ਹੋਵੇ ਤਾਂ 6 ਮਹੀਨੇ ਦੇ ਵਿੱਚ ਇਹਦੇ 3 ਟੀਕੇ ਲੱਗਦੇ ਨੇ, ਯਾਨੀ ਫਿਰ ਉਹ 3 ਲਾਣੇ ਪੈਂਦੇ ਨੇ। ਪਰ ਇੱਕ ਸ਼ਰਤ ਹੈ ਕਿ ਇਹ ਯਾਨੀ ਸਰੀਰਕ ਸੰਬੰਧ ਨਾ ਬਣੇ ਹੁਣ, ਉਸ ਤੋਂ ਪਹਿਲਾਂ ਲੱਗਣਾ ਜ਼ਰੂਰੀ ਜੇ, ਕਿਉਂਕਿ ਹਰ ਇੱਕ ਥਾਂ ਤੇ ਇਹ ਨਹੀਂ ਪਤਾ ਲੱਗਦਾ। ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਲਗਭਗ 96% ਮਾਪਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਬੱਚਿਆਂ ਦੇ ਇਸ ਤਰ੍ਹਾਂ ਦੇ ਕੰਟੈਕਟਸ ਹੋ ਚੁੱਕੇ ਨੇ, ਜੋ ਕਿ ਪ੍ਰੂਵਨ ਜੇ ਇਸ ਵੇਲੇ, ਕਿਉਂਕਿ ਇਹ ਟੀਕਾ ਜੇ ਇੱਕ ਵਾਰ ਚਲੀ ਗਈ ਵਾਇਰਸ ਉਹਨੂੰ ਮਾਰ ਨਹੀਂ ਸਕਦਾ, ਸਿਰਫ ਰੋਕ ਸਕਦਾ ਹੈ ਜੇ ਪਹਿਲਾਂ ਗਿਆ ਹੋਏ ਕਿ ਨਾ ਆਵੇ। ਸੋ ਇਸੇ ਲਈ ਇਹ ਅਰਲੀ ਸਟੇਜ ਤੇ ਅਸੀਂ ਕਹਿੰਦੇ ਹਾਂ ਕਿ ਇਹ ਜ਼ਰੂਰੀ ਲੱਗ ਜਾਣਾ ਚਾਹੀਦਾ। ਸੋ ਇਹ ਇੱਕ ਤਾਂ ਲਾਜ਼ਮੀ ਹੈ। ਦੂਸਰੀ ਚੀਜ਼, ਆਪਾਂ ਗੱਲ ਖੁਰਾਕ ਦੇ ਉੱਤੇ, ਕਿਉਂਕਿ ਸਾਡਾ ਇਹ ਪ੍ਰੋਗਰਾਮ ਆਧਾਰਿਤ ਹੈ, ਮੈਂ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ ਖੁਰਾਕ ਬਾਰੇ। ਪਹਿਲੀ ਚੀਜ਼ ਬੜੀ ਇੰਪੋਰਟੈਂਟ, ਕਿਸੇ ਵੀ ਹਾਲ ਵਿੱਚ ਕੋਈ ਦੇਸੀ ਦਵਾਈ ਜਾਂ ਕੋਈ ਆਯੁਰਵੈਦਿਕ ਟ੍ਰੀਟਮੈਂਟ ਤੁਸੀਂ ਕੈਂਸਰ ਦੇ ਇਲਾਜ ਦੇ ਦੌਰਾਨ ਬਿਲਕੁਲ ਨਹੀਂ ਲੈਣੀ। ਇਹ ਇੱਕ ਅਹਿਮ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕਿਉਂਕਿ ਇਹ ਸਾਬਤ ਹੋਏ ਤੱਥ ਨੇ ਕਿ ਬੇਲੋੜੇ ਵਿਟਾਮਿਨ ਵੀ ਜੇ ਤੁਸੀਂ ਟ੍ਰੀਟਮੈਂਟ ਦੌਰਾਨ ਖਾਂਦੇ ਹੋ ਤਾਂ ਉਹ ਕੈਂਸਰ ਦੇ ਸੈੱਲਾਂ ਨੂੰ ਖੁਰਾਕ ਪਹੁੰਚਦੀ ਹੈ, ਨਾ ਕਿ ਸਰੀਰ ਨੂੰ, ਕਿਉਂਕਿ ਉਹ ਸਭ ਤੋਂ ਐਕਟਿਵ ਨੇ। ਤੇ ਸਰੀਰ ਦਾ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਕਿ ਅਸੀਂ ਖੁਰਾਕ, ਸਾਰਾ ਸਰੀਰ ਪੂਰਾ ਜ਼ੋਰ ਲਾ ਕੇ ਉੱਧਰ ਭੇਜਦਾ ਹੈ ਜਿਹੜਾ ਸਭ ਤੋਂ ਤੇਜ਼ੀ ਨਾਲ ਕੰਮ ਕਰ ਰਿਹਾ ਹੋਏ, ਭਾਵੇਂ ਉਹ ਦਿਮਾਗ ਹੈ, ਭਾਵੇਂ ਗੁਰਦਾ ਹੈ, ਭਾਵੇਂ ਪੱਠੇ ਨੇ, ਖੂਨ ਵੀ ਉੱਧਰ ਹੀ ਵੱਧ ਪਹੁੰਚਾਉਂਦਾ ਹੈ। ਤਾਂ ਜਿੰਨੀ ਵੀ ਇਹੋ ਜਿਹੀ ਖੁਰਾਕ ਲਈ ਜਾਏਗੀ, ਉਹ ਕੈਂਸਰ ਦੇ ਸੈੱਲ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਫੈਲ ਰਹੇ ਹੁੰਦੇ ਨੇ, ਸਭ ਤੋਂ ਵੱਧ ਕੰਮ ਕਰ ਰਹੇ ਹੁੰਦੇ ਨੇ। ਸੋ ਸਰੀਰ ਪੂਰਾ ਜ਼ੋਰ, ਪੂਰਾ ਲਹੂ ਪਹੁੰਚਾਉਣ ਲਈ ਜਾਂ ਪੂਰੇ ਦਾ ਪੂਰਾ ਖੁਰਾਕ ਪਹੁੰਚਾਉਣ ਲਈ ਉੱਥੇ ਹੀ ਲਾਏਗਾ। ਰੱਬ ਦਾ ਵਾਸਤਾ ਜੇ ਕਿਸੇ ਕਿਸਮ ਦੀ ਕੋਈ ਖੁਰਾਕ ਇਮਿਊਨਿਟੀ ਵਧਾਉਣ ਵਾਲੀ ਹੋਵੇ ਜਾਂ ਕੋਈ ਵੀ ਤਰ੍ਹਾਂ ਦੀ ਆਯੁਰਵੈਦਿਕ ਦਵਾਈ ਬਿਲਕੁਲ ਟ੍ਰੀਟਮੈਂਟ ਦੇ ਦੌਰਾਨ ਨਹੀਂ ਲੈਣੀ। ਜਦੋਂ ਤੁਹਾਡੀ ਟ੍ਰੀਟਮੈਂਟ ਪੂਰੀ ਹੋ ਗਈ ਹੈ, ਸਾਰੀ ਦੀ ਸਾਰੀ ਖੁਰਾਕ ਉਸ ਸਮੇਂ ਤੁਹਾਡੇ ਸਰੀਰ ਨੂੰ ਵਾਪਸ ਰੀਕਨਸਟੀਟਿਊਟ ਕਰਨ ਲਈ, ਉਸ ਬਿਮਾਰੀ ਤੋਂ ਯਾਨੀ ਬਚ ਕੇ ਜਿਹੜੀ ਜੰਗ ਜਿੱਤ ਕੇ ਹਟਿਓ, ਉਦੋਂ ਤੁਹਾਨੂੰ ਇਹ ਖੁਰਾਕ ਦੀ ਲੋੜ ਹੈ ਜਿਹਨੂੰ ਸਹੀ ਤਰੀਕੇ ਵਰਤਣਾ ਹੈ। ਸੋ ਇੱਕ ਤਾਂ ਡਿਊਰਿੰਗ ਕੈਂਸਰ ਟ੍ਰੀਟਮੈਂਟ, ਕਿਉਂਕਿ ਉਲਟੀਆਂ, ਦਿਲ ਕੱਚਾ ਹੋਣਾ, ਡਿਪਰੈਸ਼ਨ, ਬਹੁਤ ਕੁਛ ਜੇ, ਭੁੱਖ ਮਰ ਜਾਣੀ, ਜਿਹਦੇ ਨਾਲ ਸਰੀਰ ਵੀ ਕਮਜ਼ੋਰ ਪੈ ਜਾਂਦਾ ਕਿ ਤੁਹਾਡੇ ਤੋਂ ਕੁਝ ਖਾਧਾ ਨਹੀਂ ਜਾਂਦਾ, ਉਦੋਂ ਖੁਰਾਕ ਦਾ ਖਾਸ ਖਿਆਲ, ਕੁਝ ਅਜਿਹੀ ਖੁਰਾਕ ਜਿਹੜੀ ਕੈਲਰੀ ਭਰਪੂਰ ਹੋਵੇ, ਪ੍ਰੋਟੀਨਸ ਵੀ ਹੋਣ, ਛੇਤੀ ਹਜ਼ਮ ਹੋਣ ਵਾਲੀ, ਵਾਧੂ ਕੈਲਰੀਆਂ, ਉਹ ਲੈਣੀਆਂ ਜ਼ਰੂਰੀ ਨੇ ਉਸ ਸਮੇਂ, ਤਾਂ ਕਿ ਸਰੀਰ ਦੀ ਤਾਕਤ ਬਰਕਰਾਰ ਰਹੇ। ਪਰ ਐਕਸਟਰਾ ਕੁਝ ਵੀ ਇਹੋ ਜਿਹਾ ਨਹੀਂ ਲੈਣਾ ਜਿਹਦੇ ਨਾਲ ਅਸੀਂ ਇਮਿਊਨਿਟੀ ਵਧਾ ਰਹੇ ਹੋਈਏ। ਉਦੋਂ ਹਰ ਰੋਜ਼ ਦੀ ਹਲਕੀ ਸੈਰ ਲਾਜ਼ਮੀ ਹੈ, ਕਿਉਂਕਿ ਹਲਕੀ ਕਸਰਤ ਜਿਹੜੀ ਹੈ ਉਹ ਤੁਹਾਨੂੰ ਕਾਫੀ ਚੁਸਤ ਦਰੁਸਤ ਰੱਖਦੀ ਹੈ, ਤੁਹਾਡੇ ਸਰੀਰ ਵਿੱਚ ਲੜਨ ਦੀ, ਜੋ ਜੰਗ ਜਿੱਤਣ ਦੀ, ਉਹ ਤੁਹਾਡੀ ਤਾਕਤ ਵੀ ਵਧਾਉਂਦੀ ਹੈ। ਇੱਕ ਅਹਿਮ ਚੀਜ਼ ਜੇ ਚੜ੍ਹਦੀ ਕਲਾ।
ਤੁਹਾਡੇ ਨੈਚੁਰਲ ਕਿਲਰ ਸੈਲਸ ਨੇ ਜਿਹੜੇ ਸਰੀਰ ਦੇ, ਜੋ ਇਹੋ ਜਿਹੀਆਂ ਬਿਮਾਰੀਆਂ ਨਾਲ, ਮਾਰੂ ਬਿਮਾਰੀਆਂ ਨਾਲ ਲੜਦੇ ਨੇ, ਜਦੋਂ ਤੁਸੀਂ ਮਨ ਵਿੱਚ ਇਹ ਫੈਸਲਾ ਲੈ ਲੈਂਦੇ ਹੋ ਕਿ ਹਾਂ ਮੈਂ ਇਹ ਜੰਗ ਜਿੱਤਣੀ, ਉਦੋਂ ਬਹੁਤ ਕਮਾਲ ਸਰੀਰ ਅੰਦਰ ਵਾਪਰਦਾ ਅਸੀਂ ਦੇਖਿਆ। ਯਾਨੀ ਜੋ ਡਾਕਟਰ ਆਪਣਾ ਕਿਆਸ ਲਾਈ ਬੈਠੇ ਹੁੰਦੇ ਨੇ, ਉਸ ਤੋਂ ਕਈ ਗੁਣਾ ਉਤਾਂਹ ਦੀ ਚੀਜ਼ ਅਸੀਂ ਹੁੰਦੀ ਦੇਖੀ ਹੈ ਵਾਪਰੀ। ਇਹੋ ਜਿਹੀਆਂ ਕਰਾਮਾਤਾਂ ਵਾਪਰਦੀਆਂ ਦੇਖੀਆਂ ਨੇ ਕਿ ਜੇ ਬਿਨਾਂ ਲੱਤ ਤੇ ਕੋਈ ਐਵਰੈਸਟ ਚੜ੍ਹ ਸਕਦਾ ਹੈ, ਬਿਲਕੁਲ ਇਸੇ ਤਰ੍ਹਾਂ ਐਡਵਾਂਸ ਸਟੇਜ ਕੈਂਸਰ ਵਿੱਚ 16 ਵਰੇ ਜੀ ਲੈਣਾ ਸਿਰਫ ਆਪਣੇ ਅੰਦਰ ਤਾਕਤ ਨਾਲ ਕਿ ਹਾਂ ਮੈਂ ਜੰਗ ਜਿੱਤ ਸਕਦਾ। ਤਾਂ ਇਹ ਇੱਕ ਡਿਪਰੈਸ਼ਨ ਛੱਡ ਦੇਣੀ ਚਾਹੀਦੀ ਹੈ ਜ਼ਰੂਰ। ਤੇ ਜਿਵੇਂ ਇਹ ਕੈਂਸਰ ਤੋਂ ਤੁਹਾਡੀ ਟ੍ਰੀਟਮੈਂਟ ਪੂਰੀ ਹੁੰਦੀ ਜੇ, ਹਰੀਆਂ ਫਲੀਆਂ, ਪਾਲਕ, ਇਹ ਚੀਜ਼ਾਂ ਨੇ ਅਜਿਹੀਆਂ, ਯਾਨੀ ਹੋਰ ਹਰੀਆਂ ਸਬਜ਼ੀਆਂ ਰੱਜ ਕੇ ਖਾਣੀਆਂ ਚਾਹੀਦੀਆਂ। ਫਲ ਹਰ ਤਰ੍ਹਾਂ ਦੇ, ਜ਼ਰੂਰ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਤਾਂ ਤੁਸੀਂ ਸੀਮਤ ਮਾਤਰਾ ਸੰਤੁਲਿਤ ਖੁਰਾਕ ਜ਼ਰੂਰ ਲੈਂਦੇ ਰਹੋ। ਡਿਪੈਂਡ ਕਰਦਾ ਜੇ ਕਿ ਨਾਲ ਜੇ ਤੁਹਾਨੂੰ ਕੋਈ ਹੋਰ ਰੋਗ ਹੈ, ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਸ ਹਿਸਾਬ ਨਾਲ ਤੁਸੀਂ ਡਾਕਟਰੀ ਸਲਾਹ ਨਾਲ ਤਬਦੀਲ ਕਰ ਸਕਦੇ ਹੋ। ਪਰ ਹਰੀਆਂ ਸਬਜ਼ੀਆਂ, ਫਲ ਇਹ ਲਾਜ਼ਮੀ ਨੇ। ਤਾਂ ਜੇ ਪ੍ਰੋਟੀਨ ਦਾ ਘਾਟ ਹੈ, ਤੁਸੀਂ ਕਟਹਲ ਲੈ ਸਕਦੇ ਹੋ। ਤੁਸੀਂ ਜੇ ਖਾਂਦੇ ਹੋ ਐਗ, ਤਾਂ ਐਗ ਜ਼ਰੂਰ ਲੈ ਲੈਣਾ ਚਾਹੀਦਾ ਹੈ। ਜੇ ਤੁਸੀਂ ਮਾਸਾਹਾਰੀ ਹੋ, ਤੁਸੀਂ ਚਿਕਨ ਜਾਂ ਮੀਟ ਜ਼ਰੂਰ ਤੇਲ ਘੱਟ ਵਰਤੋਂ ਕਰਕੇ ਉਹਦੀ ਰੈਗੂਲਰ ਸੂਪ ਰਾਹੀਂ ਜਾਂ ਕੁਛ ਇਸ ਤਰ੍ਹਾਂ ਜ਼ਰੂਰ ਲੈਂਦੇ ਰਹੋ, ਤਾਂ ਕਿ ਰਿਕਵਰੀ ਤੁਹਾਡੀ ਫਾਸਟ ਹੋ ਸਕੇ। ਇੱਕ ਮੈਨੂੰ ਇਹ ਦੱਸਿਓ ਕਿ ਇਹ ਜਿਹੜੇ ਖੁਰਾਕਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਜਿਵੇਂ ਇਹ ਕਿਹਾ ਜਾਂਦਾ ਵੀ ਹੁਣ ਜ਼ਿਆਦਾਤਰ ਖੁਰਾਕਾਂ ਇਹਨਾਂ ਦੇ ਵਿੱਚ ਦਵਾਈਆਂ ਦੀ ਵਰਤੋਂ ਹੋਣ ਲੱਗ ਗਈ, ਇਹਨਾਂ ਦੇ ਵਿੱਚ ਖਾਦਾਂ ਜਿਹੜੀਆਂ ਉਹ ਬਹੁਤਾਤ ਤੋਂ ਜ਼ਿਆਦਾ ਪਾਈਆਂ ਜਾਣ ਲੱਗ ਪਈਆਂ, ਜਿੰਨੀਆਂ ਲੋੜੀਂਦੀਆਂ ਸੀਗੀਆਂ ਉਹਦੇ ਤੋਂ ਵੱਧ ਪੈਣ ਲੱਗ ਪਈਆਂ। ਤਾਂ ਇਹ ਤਾਂ ਨਹੀਂ ਕਿਤੇ ਵੀ ਇਹ ਚੀਜ਼ਾਂ ਜਿਹੜੀਆਂ ਫਾਇਦਾ ਕਰਨ ਦੀ ਥਾਂ ਨੁਕਸਾਨ ਕਰ ਦਿੰਦੀਆਂ ਹੋਣ? ਬਿਲਕੁਲ, ਅਸੀਂ ਕੇਸ ਦੇਖੇ ਨੇ ਜਿੱਥੇ ਇੱਕ ਕੈਂਸਰ ਟ੍ਰੀਟ ਕਰਦੇ ਕਰਦੇ ਅਸੀਂ ਦੂਸਰਾ ਕੈਂਸਰ ਨਾਲੋਂ ਨਾਲ ਹੁੰਦਾ ਤੱਕਿਆ। ਉਹ ਰੱਬ ਹੀ ਕਿਤੇ ਉਹਨਾਂ ਨੂੰ ਸਮੱਤ ਬਖਸ਼ ਦੇਵੇ ਜਿਹੜੇ ਇਸ ਤਰ੍ਹਾਂ ਦਾ ਕਹਿਰ ਕਮਾ ਰਹੇ ਨੇ। ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਕਿ ਇੱਕ ਉਹ ਨੇ ਜਿਹੜੇ ਜ਼ਿੰਦਗੀਆਂ ਵਾਰ ਜਾਂਦੇ ਨੇ ਇਹੋ ਜਿਹੀਆਂ ਖੋਜਾਂ 'ਚ, ਤੇ ਦੂਜੇ ਪਾਸੇ ਉਹ ਨੇ ਜਿਹੜੇ ਵਕਤੀ ਫਾਇਦਾ ਲੈਣ ਲਈ ਪੂਰੀ ਮਨੁੱਖੀ ਹੋਂਦ ਖਤਮ ਕਰਨ ਵੱਲ ਨੂੰ ਤੁਰੇ ਨੇ। ਪਰ ਕਮਾਲ ਇਹ ਦੇਖੋ ਕਿ ਕੁਦਰਤ ਬੜੀ ਕਮਾਲ ਦੀ ਸ਼ੈ, ਉਹ ਇਹਨਾਂ ਦੇ ਘਰਾਂ ਵਿੱਚ ਉਸੇ ਤਰ੍ਹਾਂ ਇਹਨਾਂ ਦੇ ਧੀਆਂ ਪੁੱਤਰਾਂ ਜਿਨ੍ਹਾਂ ਲਈ ਇਹ ਕਮਾਈ ਕਰਕੇ ਜਮਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਇਹੋ ਜਿਹੇ ਕਾਫੀ ਮਾਰੂ ਰੋਗ ਅਸੀਂ ਲੱਗਦੇ ਵੇਖੇ ਨੇ। ਸੋ ਸੁਖਾਵਾਂ ਤਾਂ ਟੱਬਰ ਉਹ ਵੀ ਨਹੀਂ ਰਹਿੰਦਾ ਜਿਹੜਾ ਦੂਜਿਆਂ ਲਈ ਜ਼ਹਿਰ ਬੀਜਦਾ ਜੇ, ਉਸ ਟੱਬਰ ਤੇ ਉਸ ਜ਼ਹਿਰ ਦਾ ਅਸਰ ਜ਼ਰੂਰ ਹੁੰਦਾ ਜੇ। ਸੋ ਜੇ ਇੰਨੀ ਕੁ ਸਮਝ ਸਾਰਿਆਂ ਨੂੰ ਵੇਲੇ ਸਿਰ ਆ ਜਾਏ ਕਿ ਅੱਜ ਨਹੀਂ ਤਾਂ 50 ਸਾਲਾਂ ਨੂੰ, ਕਿਉਂਕਿ ਜੋ ਜ਼ਹਿਰ ਉਹਨਾਂ ਨੇ ਛਿੜਕਿਆ ਤੇ ਉਹ ਇਹ ਕਹਿ ਕਿ ਅਸੀਂ ਆਪਣੇ ਲਈ ਜੋ ਬੀਜਿਆ ਉਹਦੇ ਉੱਤੇ ਜ਼ਹਿਰ ਨਹੀਂ ਛਿੜਕਿਆ, ਉਹਨਾਂ ਦੀ ਗਲਤਫਹਿਮੀ ਦੂਰ ਹੋਣੀ ਚਾਹੀਦੀ ਜੇ ਕਿ ਜੋ ਬਾਕੀਆਂ ਲਈ ਛਿੜਕਿਆ ਸੀ ਧਰਤੀ ਦੇ ਅੰਦਰੋਂ, ਉਸੇ ਪਾਣੀ ਰਾਹੀਂ ਉਹਨਾਂ ਨੇ ਫਿਰ ਉਸ ਖੁਰਾਕ 'ਚ ਵੀ ਚਲੇ ਜਾਣਾ ਜਿਹੜਾ ਉਹਨਾਂ ਨੇ ਆਪਣੇ ਟੱਬਰ ਲਈ ਬੀਜਿਆ। ਸੋ ਜ਼ਹਿਰ ਤੇ ਜ਼ਹਿਰ ਹੀ ਹੈ, ਉਸ ਤੋਂ ਬਚਾ ਨਹੀਂ ਤੁਹਾਡਾ ਹੋ ਸਕਦਾ। ਤਾਂ ਇਹ ਜੇ ਅਸੀਂ ਕੀਟਨਾਸ਼ਕ ਘਟਾ ਦਈਏ ਤਾਂ ਵਾਕਈ ਬਹੁਤ ਵੱਡੀ ਜੰਗ ਵਿੱਢ ਸਕਦੇ ਹਾਂ, ਕਿਉਂਕਿ ਕੈਂਸਰ ਦਾ ਇਹ ਵੀ ਇੱਕ ਅਹਿਮ ਕਾਰਨ ਕਈ ਥਾਈਂ ਬਣ ਰਿਹਾ। ਇੱਕ ਅਹਿਮ ਸਵਾਲ ਸ਼ਾਇਦ ਮੈਂ ਜ਼ਰੂਰ ਲੋਕ ਪੁੱਛਣਾ ਚਾਹਣਗੇ ਕਿ ਕੀ, ਕਿਉਂਕਿ ਛੋਟੀ ਉਮਰੇ ਵੀ ਇਹ ਹੋ ਜਾਂਦਾ ਕਿ ਅਸੀਂ ਬਾਅਦ ਵਿੱਚ ਇਹਨਾਂ ਨੂੰ ਗਰਭ ਰੁਕ ਸਕਦਾ, ਠਹਿਰ ਸਕਦਾ ਜਾਂ ਨਹੀਂ, ਕਿ ਇਹ ਜੇ ਗਰਭਵਤੀ ਹੋਣਾ ਚਾਹਣ। ਅਰਲੀ ਸਟੇਜ ਦੇ ਵਿੱਚ ਇੱਕ ਹੈ ਸੈਪਰੇਟ ਜਿਹੜਾ ਨਵਾਂ ਇਸ ਵੇਲੇ ਜੋ ਇਲਾਜ ਆ ਚੁੱਕਾ, ਰੈਡੀਕਲ ਟ੍ਰੈਕੀਲੈਕਟਮੀ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਵਿੱਚ ਬੱਚੇਦਾਨੀ ਦਾ ਮੂੰਹ ਤਾਂ ਵੱਢ ਦਿੱਤਾ ਜਾਂਦਾ ਪਰ ਬੱਚੇਦਾਨੀ ਸੁਰੱਖਿਅਤ ਰੱਖ ਲਈ ਜਾਂਦੀ ਹੈ ਤਾਂ ਕਿ ਬੱਚਾ ਠਹਿਰ ਸਕੇ। ਪਰ ਬਾਕੀ ਕੇਸਿਸ ਵਿੱਚ ਜੇ ਥੋੜਾ ਜਿਹਾ ਵੀ ਐਡਵਾਂਸ ਹੈ, ਅਸੀਂ ਬਿਲਕੁਲ 1% ਵੀ ਨਹੀਂ ਰਿਸਕ ਲੈਣਾ ਚਾਹੁੰਦੇ। ਉਹਨਾਂ ਕੇਸਾਂ ਵਿੱਚ ਅਸੀਂ ਬੱਚੇਦਾਨੀ ਤਾਂ ਛੱਡੋ, ਦੇ ਆਸ-ਪਾਸ ਦਾ ਕਾਫੀ ਹਿੱਸਾ ਵੀ ਕੱਢਣਾ ਪੈਂਦਾ ਹੈ ਕਿ ਕੈਂਸਰ ਦੁਬਾਰਾ ਨਾ ਫੈਲੇ। ਸੋ ਉਹਨਾਂ ਕੇਸਿਸ ਵਿੱਚ ਬੱਚਾ ਠਹਿਰਨਾ ਨਾਮੁਮਕਿਨ ਹੈ। ਪਰ ਮੇਰਾ ਖਿਆਲ ਹੈ ਕਿ ਉਹਨਾਂ ਲਈ ਵੀ ਜੇ ਉਹ ਬੱਚੇ ਗੋਦ ਲੈਣਾ ਸ਼ੁਰੂ ਕਰ ਦੇਣ ਤਾਂ ਕਮਾਲ ਹੀ ਹੋ ਜਾਏ। ਸਾਡੀਆਂ ਜਿੰਨੀਆਂ ਸੁੱਤੀਆਂ ਹੋਈਆਂ ਧੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਿਆਂ ਮਿਲੇਗਾ। ਤੇ ਨਾਲੇ ਕੁਦਰਤ ਵੀ, ਜਿਵੇਂ ਮੈਂ ਦੱਸਿਆ ਕਿ ਜੇ ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਵਾਪਰਿਆ ਹਾਦਸਾ ਤਾਂ ਸ਼ਾਇਦ ਉਦੋਂ ਹੀ ਸਾਨੂੰ ਅਕਲ ਦਿੰਦੀ ਹੈ ਕਿ ਇਹ ਕਰ ਲੈਣਾ ਚਾਹੀਦਾ ਸੀ, ਤਾਂ ਜ਼ਰੂਰ ਕਿਸੇ ਹੋਰ ਦੀ ਜ਼ਿੰਦਗੀ ਬਚਾ ਜਾਈਏ। ਕੀ ਪਤਾ ਹੁੰਦਾ ਉਹਦੇ ਨਾਲ ਸਾਨੂੰ ਵੀ ਲੰਬੀ ਉਮਰ ਭੋਗਣ ਨੂੰ ਮਿਲ ਜਾਏ। ਜੀ ਬਿਲਕੁਲ। ਇੱਕ ਜਿਹੜਾ ਟੀਕੇ ਦਾ ਜ਼ਿਕਰ ਹੋਇਆ ਉਹਦਾ ਵੀ ਦੱਸਿਓ ਕਿ ਉਹ ਲਵਾਉਣਾ ਆਪਾਂ ਜਿਸ ਤਰ੍ਹਾਂ ਕਿਹਾ ਕਿ ਜ਼ਰੂਰੀ ਹੈ, ਤੇ ਉਹ ਕਿੱਥੋਂ ਲਵਾਇਆ ਜਾ ਸਕਦਾ ਜਾਂ ਉਹਦੇ ਬਾਬਤ ਇਨਫੋਰਮੇਸ਼ਨ ਜਿਹੜੀ ਕਿਵੇਂ ਲੈ ਸਕਦੇ ਆ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਇਸ ਬਾਰੇ? ਵੀਰਾ ਦੇਖੋ, ਇੱਥੇ ਤਾਂ ਜਾਂ ਤਾਂ ਤੁਹਾਡਾ ਦਮਖਮ ਤੇ ਜਾਂ ਫਿਰ ਸਾਨੂੰ ਸੁਣਨ ਵਾਲਿਆਂ ਚੋਂ ਜੇ ਕੋਈ ਦਮਖਮ ਵਾਲਾ ਜਾਂ ਜਿਹੜਾ ਕਹਿੰਦਾ ਵੀ ਮੇਰਾ ਉੱਤੇ ਤੱਕ ਪਹੁੰਚ ਹੈ
ਉਹਨਾਂ ਅੱਗੇ ਬੇਨਤੀ ਹੈ ਵੀ ਪਹੁੰਚ ਦਿਖਾਓ ਆਪਣੀ, ਤੇ ਸਰਕਾਰਾਂ ਤਾਂ ਇਹ ਸੁਨੇਹਾ ਦਿਓ ਕਿ ਜਿੱਥੇ ਹੋਰ ਟੀਕੇ ਮੁਫਤ ਨੇ ਤਾਂ ਇਹ ਵੀ ਟੀਕਾ ਮੁਫਤ ਕਰ ਦਿਓ, ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਇਹ ਤਾਂ ਸਾਰਿਆਂ ਦੇ ਲਈ ਭਲੇ ਦਾ ਕੰਮ ਹੈ ਕਿ ਇਹ ਟੀਕਾ ਮਹਿੰਗਾ ਜੇ 3200 ਦਾ ਵੀ ਹੈ ਕਾਫੀ, ਯਾਨੀ 3800 ਦਾ ਵੀ ਹੈ, ਕਾਫੀ ਮਹਿੰਗਾ ਜੇ, ਜੋ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ। ਜੇ ਇਸ ਪੱਖ ਵੱਲ ਸਰਕਾਰਾਂ ਧਿਆਨ ਦੇ ਦੇਣ, ਵਾਕਈ ਬੜੀ ਵੱਡੀ ਸੇਵਾ ਹੋਏਗੀ। ਦੇਖੋ ਨਾ, ਖਰਬਾਂ ਦਾ ਤਾਂ ਉਹ ਚੂਨਾ ਲਾਉਂਦੇ ਨੇ ਪੰਜਾਬੀਆਂ ਨੂੰ, ਸਾਨੂੰ ਪਤਾ ਹੈ, ਇੱਕ ਇੱਕ ਦਰਖਤ ਤੋਂ, ਇੱਕ ਇੱਕ ਜੰਗਲਿਆਂ ਤੋਂ, ਉਹ ਸਕੂਲਾਂ ਦੀਆਂ ਫੀਸਾਂ ਤੋਂ, ਸਕਾਲਰਸ਼ਿਪਾਂ ਤੋਂ, ਕੋਈ ਥਾਂ ਤਾਂ ਛੱਡੀ ਨਹੀਂ ਜਿੱਥੋਂ ਉਹਨਾਂ ਨੇ ਕੁਦਰਤੀ ਰੇਤੇ ਤੋਂ ਲੈ ਕੇ ਹਰ ਚੀਜ਼ ਤੇ ਉਹ ਖਾ ਪੀ ਚੁੱਕੇ ਨੇ, ਆਪਣੀਆਂ ਅਗਲੀਆਂ 100 ਪੁਸ਼ਤਾਂ ਤੱਕ ਜਮਾ ਕਰ ਚੁੱਕੇ ਨੇ। ਤੇ ਉਹਦੇ ਤਾਂ ਮੈਨੂੰ ਲੱਗਦਾ ਆਟੇ 'ਚ ਲੂਣ ਬਰਾਬਰ ਹੀ ਹੋਏਗਾ ਜੇ ਇੰਨਾ ਕੁ ਛਿੜਕਾਅ ਕਰ ਦੇਣ ਬਾਕੀ ਪਬਲਿਕ ਲਈ ਕਿ ਇਹ ਟੀਕਾ ਮੁਫਤ ਕਰਾਇਆ ਜੀ ਸਾਰਿਆਂ ਲਈ ਸਰਕਾਰੀ ਪੱਧਰ ਤੇ। ਕੋਈ ਵੱਡੀ ਗੱਲ ਨਹੀਂ ਹੋਣ ਲੱਗੀ, ਇਹ ਬਹੁਤ ਛੋਟੀ ਜਿਹੀ ਗੱਲ ਹੈ। ਜੇ ਬਾਹਰਲੇ ਮੁਲਕਾਂ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਸਾਰੀ ਉਮਰ ਦੀ ਕਮਾਈ 2000 ਕਰੋੜ ਨੇ ਕਿ ਕਿੰਨੇ ਨੇ, ਸਾਰੀ ਦੀ ਸਾਰੀ ਜੇ ਦੇ ਜਾਂਦੇ ਨੇ, ਤਾਂ ਫਿਰ ਉਹਨਾਂ ਨੂੰ ਸਮਝੇ ਕਿ ਅਸੀਂ ਨਾਲ ਲਿਜਾਣ ਲਈ ਕੋਈ ਥੈਲਾ ਜੇਬ ਲਾਈ ਨਹੀਂ, ਕੁਦਰਤ ਨੇ ਕਿਹਾ ਇੱਥੇ ਛੱਡ ਕੇ ਜਾਣਾ, ਪਰ ਉਹ ਨਾਲ ਵਧਾਈ ਦੇ ਪਾਤਰ ਬਣ ਜਾਣਗੇ ਜਦੋਂ ਇਹੋ ਜਿਹੀ ਗੱਲ ਆਉਂਦੀ ਹੈ ਕਿ ਇਸ ਸਰਕਾਰ ਨੇ ਇਹ ਚੀਜ਼ ਮੁਫਤ ਕੀਤੀ ਤਾਂ ਕਿੰਨੀਆਂ ਜਾਨਾਂ ਬਚਾਈਆਂ। ਤਾਂ ਬਹੁਤ ਅਹਿਮ ਗੱਲ ਹੈ, ਜੇ ਕਿਸੇ ਦੇ ਪੱਲੇ ਪੈ ਜਾਏ ਤੇ ਇਹ ਜੇ ਕਿਤੇ ਟੀਕਾ ਗਾਰਡਸਿਲ ਨਾ ਹੈ, ਜੇ ਸਾਡੇ ਸਰਕਾਰੀ ਪੱਧਰ ਤੇ ਖਰੀਦ ਵੀ ਹੋਏਗੀ, ਲੱਗ ਵੀ ਜਾਏਗਾ, ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਹੁਣ ਤਾਂ ਕਈ ਕੰਪਨੀਆਂ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਸੋ ਤੁਸੀਂ ਯਾਨੀ ਉਹਨਾਂ ਦੀ ਆਪੋ ਵਿੱਚ ਹੀ ਦੇਖ ਕੇ ਜਿਹੜਾ ਸਭ ਤੋਂ ਘੱਟ ਰੇਟ ਤੇ ਮੁਹੱਈਆ ਕਰਵਾਉਂਦਾ ਹੈ, ਤੇ ਜੇ ਰੱਬ ਦਾ ਵਾਸਤਾ ਇਹਦੇ ਵਿੱਚੋਂ ਵੀ ਨਹੀਂ ਜੇਬਾਂ ਭਰੀਆਂ ਜਾਂਦੀਆਂ ਤੇ ਕਾਫੀ ਸਸਤਾ ਹੋ ਕੇ ਆਮ ਪਬਲਿਕ ਤੱਕ ਪਹੁੰਚ ਸਕਦਾ ਜੀ। ਇੱਕ ਹੋਰ ਚੀਜ਼ ਦੱਸਿਓ ਕਿ ਆਪਾਂ ਪਹਿਲਾਂ ਵੀ ਕਈ ਕੈਂਸਰ ਦਾ ਜ਼ਿਕਰ ਕਰ ਚੁੱਕੇ ਹਾਂ, ਅੱਜ ਫਿਰ ਕੈਂਸਰ ਦੇ ਉੱਤੇ ਗੱਲ ਕਰ ਰਹੇ ਹਾਂ। ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੰਨੇ ਇਸ ਤਰ੍ਹਾਂ ਦੇ ਟੌਪਿਕ ਕੈਂਸਰ ਦੇ ਉੱਤੇ ਹੋਣਗੇ। ਇਹ ਕੈਂਸਰ ਜਿਹੜੀ ਆ ਉਹ ਕੀ ਪਹਿਲੇ ਸਮਿਆਂ ਦੇ ਵਿੱਚ ਵੀ ਸੀਗੀ, ਜੇ ਸੀਗੀ ਤਾਂ ਕਿੰਨੀ ਕੁ ਉਹਦੀ ਗਿਣਤੀ ਸੀ? ਕਿਉਂਕਿ ਹੁਣ ਤਾਂ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਜ਼ਿਆਦਾਤਰ ਜਿਹੜੇ ਆਪਣੇ ਜਾਣਕਾਰੀਆਂ ਦੇ ਵਿੱਚ ਲੋਕ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਨਿਤ ਦਿਨ ਕੇਸ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਕੈਂਸਰ ਨਾਲ ਪੀੜਤ ਹੋ ਗਿਆ, ਉਹ ਕੈਂਸਰ ਦੇ ਨਾਲ ਅਖੀਰਲੀ ਸਟੇਜ ਤੱਕ ਜਾ ਪਹੁੰਚਿਆ, ਡਾਕਟਰਾਂ ਨੇ ਇਹਨੂੰ ਜਵਾਬ ਦੇ ਦਿੱਤਾ, ਜਾਂ ਉਹਦੀ ਪਹਿਲੀ ਸਟੇਜ ਦੇ ਉੱਤੇ ਕੈਂਸਰ ਫੜੀ ਗਈ ਹੈ ਤੇ ਉਹ ਹੁਣ ਇਲਾਜ ਦੇ ਲਈ ਲੱਭ ਰਿਹਾ ਕਿ ਮੈਂ ਕਿਹਦੇ ਕੋਲੇ ਜਾਵਾਂ, ਕਿਹਦੇ ਕੋਲੇ ਨਾ ਜਾਵਾਂ। ਇਹ ਪਹਿਲਾਂ ਵੀ ਇਸ ਤਰ੍ਹਾਂ ਸੀਗਾ, ਇੰਨੇ ਲੋਕ ਹੀ ਕੈਂਸਰ ਦੇ ਨਾਲ ਪੀੜਤ ਹੁੰਦੇ ਸੀ, ਜਾਂ ਹੁਣ ਹੀ ਸਮੇਂ ਦੀ ਤਬਦੀਲੀ ਦੇ ਨਾਲ, ਖਾਣ ਪੀਣ ਦੇ ਨਾਲ, ਰਹਿਣ ਸਹਿਣ ਦੇ ਨਾਲ ਇਹ ਸਾਰਾ ਕੁਝ ਚੇਂਜ ਆਇਆ? ਬਹੁਤ ਕਮਾਲ ਦਾ ਸਵਾਲ ਤੁਸੀਂ ਪੁੱਛਿਆ, ਬੜੇ ਥੋੜੇ ਜਣੇ ਇਸ ਚੀਜ਼ ਨੂੰ ਪੁੱਛਦੇ ਨੇ। ਅਸਲ 'ਚ ਜਿੰਨੀਆਂ ਕੁ ਮਮੀਜ਼ ਮਿਲੀਆਂ ਨੇ, ਜਾਂ ਜਿੰਨਾ ਕੁ ਸਾਨੂੰ, ਕਿਉਂਕਿ ਉਦੋਂ ਇੰਨੀਆਂ ਐਡਵਾਂਸਡ ਟੈਸਟ ਜਾਂ ਇੰਨੀਆਂ ਦਵਾਈਆਂ ਐਡਵਾਂਸਡ ਨਹੀਂ ਸਨ, ਸੋ ਉਦੋਂ ਦੇ ਜਿਹੜੀਆਂ ਪੁਰਾਣੀਆਂ ਮਮੀਜ਼ ਲੱਭੀਆਂ, ਜਾਂ ਪੁਰਾਣਾ ਜੇ ਇਤਿਹਾਸ ਖੰਗਾਲਦੇ ਆ, ਜਿਹੜਾ ਸਾਨੂੰ ਮੈਡੀਕਲ ਲਿਟਰੇਚਰ ਵੀ ਜਦੋਂ ਤੋਂ ਇਹ ਸ਼ੁਰੂ ਹੋਇਆ, ਨੈਚੁਰਲੀ ਉਸ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਜਦੋਂ ਵੀ ਸੁਸ਼ਰਿਤਾ, ਜਾਂ ਅਸੀਂ, ਯਾਨੀ ਕਮਾਲ ਦੀ ਗੱਲ ਇਹ ਦੇਖੋ ਕਿ ਸਭ ਤੋਂ ਐਡਵਾਂਸਡ ਜੇ ਲਿਟਰੇਚਰ ਉਦੋਂ ਦਾ ਦੇਖਦੇ ਆ, ਮੈਡੀਕਲ ਲਿਟਰੇਚਰ, ਉਹ ਭਾਰਤ ਦੀ ਹੀ ਉਪਜ ਸੀ, ਜਿੱਥੋਂ ਅਰਬ ਹਮਲਾਵਰ ਇੱਥੋਂ ਚੁੱਕ ਕੇ ਲੈ ਗਏ ਤੇ ਅੱਗੋਂ ਅੰਗਰੇਜ਼ੀ 'ਚ ਤਰਜਮਾ ਹੋਇਆ ਤੇ ਹੁਣ ਉਹ ਸਾਰਿਆਂ ਤੇ ਪੜ੍ਹਾਉਣ ਲਈ ਉਹਨਾਂ ਨੇ ਭੇਜ ਦਿੱਤਾ। ਇਹ ਹੁਣ ਉਹ ਦਾਅਵਾ ਕਰਦੇ ਨੇ ਕਿ ਅਸੀਂ ਸਭ ਤੋਂ ਐਡਵਾਂਸਡ ਹਾਂ, ਜਦਕਿ ਸਭ ਤੋਂ ਐਡਵਾਂਸ ਸਾਡੇ ਭਾਰਤ ਵਿੱਚੋਂ ਹੀ ਸ਼ੁਰੂ ਹੋਇਆ ਸੀ। ਸੋ ਉਸ ਸਮੇਂ ਦੀਆਂ ਸਰਜਰੀਜ਼ ਜਾਂ ਉਸ ਸਮੇਂ ਦੇ ਜੋ ਟੈਸਟ ਮਰਨ ਤੋਂ ਬਾਅਦ ਦੇ ਅੰਗਾਂ ਤੋਂ ਕੀਤੇ ਗਏ ਸਨ, ਉਹਨਾਂ ਸਮਿਆਂ ਵਿੱਚ ਇੰਨੇ ਜ਼ਹਿਰੀ ਕੈਂਸਰ ਨਹੀਂ ਸਨ ਲੱਭੇ। ਕੈਂਸਰ ਜ਼ਰੂਰ ਸੀ, ਪਰ ਇੰਨੀ ਜ਼ਿਆਦਾ ਮਾਤਰਾ ਵਿੱਚ ਨਹੀਂ ਸੀ। ਸਾਡੇ ਜਿਵੇਂ ਸਾਡੀ ਖੁਰਾਕ ਵਿੱਚ ਤਬਦੀਲੀ ਆਈ, ਸਾਨੂੰ ਬਿਮਾਰੀਆਂ ਤੋਂ ਬਚਣ ਦੇ ਢੰਗ ਆਏ, ਕਿ ਇੱਕ ਪੈਨਸਿਲਿਨ ਵਰਗਾ ਟੀਕਾ ਇਜਾਦ ਹੋਇਆ ਜਿਹਨੇ ਅਨੇਕ ਮੌਤਾਂ ਬਚਾ ਲਈਆਂ, ਸੋ ਉਹਦੇ ਨਾਲ ਸਾਡੀ ਔਸਤ ਦਰ ਹੌਲੀ-ਹੌਲੀ ਵਧਣ ਲੱਗੀ। ਜਿੰਨੀ ਕੁਝ ਬਿਮਾਰੀਆਂ ਨੇ ਜਿਹੜੀਆਂ ਫੜਦੀਆਂ ਹੀ ਸਿਰਫ ਵਡੇਰੀ ਉਮਰ 'ਚ ਨੇ, ਸੋ ਉਸ ਕਾਰਨ ਉਹ ਕੈਂਸਰ ਜਿਹੜੀ ਅਸੀਂ ਅੱਗੇ ਉਸ ਉਮਰ ਤੱਕ ਨਹੀਂ ਸਾਂ ਬਹੁਤੇ ਪਹੁੰਚਦੇ, ਥੋੜੇ ਪਹੁੰਚਦੇ ਸਨ, ਹੁਣ ਜ਼ਿਆਦਾ ਗਿਣਤੀ ਕਿਉਂਕਿ ਅਸੀਂ ਦੇਖਣ ਲੱਗ ਗਏ ਕਿ ਇਹ ਆਮ ਹੀ 70 ਤੋਂ ਉੱਪਰ ਤੱਕ ਜ਼ਿੰਦਗੀਆਂ ਜੀ ਰਹੇ ਨੇ। ਸੋ ਜਿਹੜੇ ਕੈਂਸਰ ਹੁੰਦੇ ਹੀ 70 ਸਾਰਿਆਂ ਤੋਂ ਬਾਅਦ ਦੇ ਨੇ, ਉਹ ਕੈਂਸਰ ਦਿਸਣੇ ਕਾਫੀ ਮਾਤਰਾ 'ਚ ਆਪਣੇ ਆਪ ਹੀ ਹੋਣੇ। ਪਰ ਹੁਣ ਜੋ ਛੋਟੀ ਉਮਰ ਦੇ ਨੇ, ਉਹਨਾਂ ਵਿੱਚ ਬਹੁਤ ਸਾਰੇ ਨੇ ਜਿਹੜੇ ਜੀਨ ਆਧਾਰਿਤ ਨੇ, ਯਾਨੀ ਹੁਣ ਅਸੀਂ ਲੱਭ ਲਈਏ ਕਿ ਇਸ ਫੈਮਿਲੀ ਵਿੱਚ ਇਹ ਜੀਨ ਹੈ ਜਿਹਦੇ ਵਿੱਚ ਹਰ ਕਿਸੇ ਨੂੰ ਇਹ ਕੈਂਸਰ ਹੋਣਾ ਹੀ ਹੋਣਾ, ਤਾਂ ਹੁਣ ਇਹ ਵੀ ਅਗਲਿਆਂ ਨੂੰ ਸਲਾਹ ਦਿੱਤੀ ਜਾਣ ਲੱਗ ਗਈ ਹੈ ਕਿ ਪੁਸ਼ਤਰ ਪੁਸ਼ਤੇ ਕੈਂਸਰ ਚੱਲਣਾ ਜੇ, ਤਾਂ ਬੈਟਰ ਹੈ ਕਿ ਤੁਸੀਂ IVF ਕਰਾ ਲਓ, ਯਾਨੀ ਜਾਂ ਤਾਂ ਵੀਰਜ ਕਿਸੇ ਹੋਰ ਥਾਂ ਦਾ ਤੁਸੀਂ ਲੈ ਕੇ ਇਹਨੂੰ ਕਰ ਸਕਦੇ ਹੋ ਪ੍ਰੈਗਨੈਂਸੀ, ਤੋਂ ਜਾਂ ਫਿਰ
ਅੰਡਾ ਕਿਸੇ ਹੋਰ ਥਾਂ ਦਾ ਲੈ ਕੇ ਤੇ ਵੀਰਜ ਆਪਣੇ ਪਤੀ ਦਾ, ਤੇ ਫਿਰ ਤੁਸੀਂ ਉਹ ਇੰਪਲਾਂਟ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਉਹ ਕੈਂਸਰ ਅੱਗੇ ਨਾ ਤੋਰੇ। ਇਹ ਐਡਵਾਂਸ ਤਕਨੀਕ ਆ ਚੁੱਕੀ ਹੈ। ਬਿਲਕੁਲ ਇੰਝ ਕੁਝ ਉਹ ਚੀਜ਼ਾਂ ਜਿਹੜੀਆਂ ਅਸੀਂ ਹਵਾ ਜ਼ਹਿਰੀ ਕੀਤੀ, ਪਾਣੀ ਜ਼ਹਿਰੀ ਕੀਤਾ, ਧਰਤੀ ਜ਼ਹਿਰੀ ਕਰ ਛੱਡੀਏ, ਇਹਦੇ ਨਾਲ ਜਿਹੜੇ ਸਾਡੇ ਗੁਰਦਿਆਂ ਦਾ ਉੱਡਣਾ, ਸਾਡੇ ਫੇਫੜਿਆਂ ਦੇ ਨੁਕਸ, ਦਿਲ ਦੇ ਰੋਗ, ਜਿਗਰ 'ਚ ਖਰਾਬੀਆਂ, ਨਾਲ ਅਲਰਜੀਜ਼ ਢੇਰਾਂ ਸਾਰੀਆਂ, ਚਮੜੀ ਦੇ ਰੋਗ, ਚਮੜੀ ਦੇ ਕੈਂਸਰ, ਬੇਅੰਤ ਚੀਜ਼ਾਂ ਨੇ ਜਿਹੜੀਆਂ ਅਸੀਂ ਇਸ ਵੇਲੇ ਸਹੇੜਨੀਆਂ ਸ਼ੁਰੂ ਕੀਤੀਆਂ ਨੇ। ਇਹਨਾਂ ਲਈ ਤਾਂ ਹੁਣ ਬਚਾਅ ਲਗਭਗ ਨਾਮੁਮਕਿਨ ਹੁੰਦਾ ਜਾਂਦਾ ਜੇ, ਕਿਉਂਕਿ ਤੁਸੀਂ ਤੇ ਮੈਂ ਅਸੀਂ ਸਰੀਰ ਅੰਦਰ ਉਨੀ ਕੁ ਮਾਤਰਾ ਜਮਾ ਕਰੀ ਬੈਠੇ ਹਾਂ। ਕਿਹੜੇ ਦਿਨ ਹੁਣੇ ਬੰਬ ਫੁੱਟਣਾ ਕਿ ਅਸੀਂ ਸਵੇਰੇ ਇਸ ਚੀਜ਼ ਨਾਲ ਪੀੜਤ ਹੋ ਗਏ। ਸੋ ਗੱਲ ਤਾਂ ਇਹ ਹੈ ਕਿ ਕਿੰਨੀ ਕੁ ਸਖਤੀ ਨਾਲ ਅਸੀਂ ਜਿਹੜੀਆਂ ਫੈਕਟਰੀਆਂ ਇਹ ਗੰਦਗੀ ਬਾਹਰ ਕੱਢ ਰਹੀਆਂ ਨੇ ਉਹਨਾਂ ਤੇ ਰੋਕ ਲਾ ਸਕਦੇ ਹਾਂ, ਜਾਂ ਕਿੰਨੀ ਕੁ ਸਖਤੀ ਨਾਲ ਲੋਕ ਜਾਗਦੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਵੀ ਤਬਾਹੀ ਦਾ ਕਾਰਨ ਬਣ ਰਹੀਆਂ ਨੇ, ਮਨੁੱਖੀ ਹੋਂਦ ਦੀ ਤਬਾਹੀ ਦਾ, ਉਹਨਾਂ ਤੇ ਰੋਕ ਹਰ ਹਾਲ ਵਿੱਚ ਲੱਗਣੀ ਚਾਹੀਦੀ ਹੈ। ਤੇ ਫਿਰ ਸਾਡਾ ਜੋ ਸਭ ਤੋਂ ਅਹਿਮ ਚੀਜ਼ ਹੈ ਸਰੀਰ ਦਾ ਤੁਰਨਾ। ਬਹੁਤ ਸਾਰੀਆਂ ਚੀਜ਼ਾਂ ਦੇਖੋ ਨਾ, ਤੁਸੀਂ ਸਕੂਟਰ ਖੜਾ ਕਰਾ ਲਓ, 2 ਮਹੀਨੇ ਬਾਅਦ ਕਿੱਕ ਮਾਰਿਓ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਉਹਦੇ 'ਚ ਕੀ ਖਰਾਬੀ ਹੋ ਗਈ। ਤੇ ਸਰੀਰ ਜੋ ਕਿ ਹਰ ਜੋੜ ਬਣਿਆ ਹੀ ਉਸ ਹਿਸਾਬ ਨਾਲ ਹੈ ਕਿ ਇਹਨੇ ਇੰਨਾ ਤੁਰਨਾ ਤਾਂ ਹੀ ਰਵਾਂ ਰਹੇਗਾ। ਪਰ ਅਸੀਂ ਬੈਠ ਕੇ, ਸਾਡਾ ਰਿਮੋਟ ਕੰਟਰੋਲ ਨੇ ਜ਼ਿੰਦਗੀ ਸਾਡੇ ਤੋਂ ਖੋਣੀ ਸ਼ੁਰੂ ਕੀਤੀ ਹੈ ਕਿ ਬਹਿ ਜਾਓ, ਮੋਟਾਪਾ ਸਹੇੜੋ, ਬਿਮਾਰੀਆਂ ਨਾਲ ਕੂਚ ਕਰ ਜਾਓ, ਪਰ ਉੱਠ ਕੇ ਨਾ ਅਸੀਂ ਟੀਵੀ, ਨਾ ਪੱਖਾ, ਨਾ ਬਿਜਲੀ, ਕੁਝ ਵੀ ਔਨ ਕਰਨਾ ਨਹੀਂ ਚਾਹੁੰਦੇ। ਅੱਗੋਂ ਜੋ ਬੈਠ ਕੇ ਪੋਚੇ ਲਾਉਣ ਦਾ ਸਾਡਾ ਰਿਵਾਜ ਸੀ, ਜਿਹਨੇ, ਜਾਂ ਚੱਕੀ ਚਲਾਉਣ ਦਾ ਰਿਵਾਜ ਜਿਹਨੇ ਸਾਨੂੰ ਤੰਦਰੁਸਤੀ ਦੇਣੀ ਸੀ, ਅਸੀਂ ਉਹ ਵੀ ਛੱਡ ਦਿੱਤੀ। ਸੋ ਹੁਣ ਕਾਰਨ ਇਹ ਹੈ ਕਿ ਸਾਡੇ ਗੋਡੇ ਬਦਲਵਾਉਣ ਵਾਲਿਆਂ ਦੀ ਹੋੜ ਲੱਗੀ ਹੈ। ਤਾਂ ਚੰਗਾ ਵਾ ਭਲਾ ਸਾਡੇ ਡਾਕਟਰਾਂ ਦੇ ਵਧੀਆ ਸਗੋਂ ਕਮਾਈ ਹੋ ਰਹੀ ਹੈ, ਗੋਡੇ ਬਦਲਵਾਉਣ ਵਾਲਿਆਂ ਦੀ ਬੱਲੇ ਬੱਲੇ ਹੋਈ ਪਈ ਹੈ, ਕਿਉਂਕਿ ਅਸੀਂ ਗੋਡਿਆਂ ਨੂੰ ਵਰਤਣਾ ਹੀ ਨਹੀਂ ਜਦ, ਤਾਂ ਫਿਰ ਕਿਵੇਂ ਉਹਨਾਂ ਨੂੰ ਨਰੋਏ ਰੱਖ ਸਕਦੇ ਹਾਂ। ਸੋ ਇਹਦਾ ਮਤਲਬ ਹੈ ਸਰੀਰ ਤੁਰਨ ਨਾਲ ਤੁਰਦਾ ਜੇ, ਲੰਬੀ ਉਮਰ ਭੋਗਣੀ ਜੇ, ਤੁਰਨਾ ਪੈਣਾ ਜੇ, ਉਹਦਾ ਕੋਈ ਹੋਰ ਦੂਸਰਾ ਆਲਟਰਨੇਟਿਵ ਨਹੀਂ। ਜੇ 100 ਵਰੇ ਤੱਕ ਸਾਰੇ ਅਸੀਂ ਦੇਖ ਚੁੱਕੇ ਹਾਂ ਲੋਕ ਭੱਜ ਸਕਦੇ ਨੇ 100 ਵਰੇ ਪੂਰੇ ਹੋਣ ਤੇ ਵੀ, ਤਾਂ ਫਿਰ ਕੀ ਹੋਇਆ ਜੇ, ਹੁਣ ਵੀ ਭੱਜੋ, ਇਹੀ ਸਮਾਂ ਹੈ। ਸਰੀਰ ਨੂੰ ਲੰਬੇ ਸਮੇਂ ਤੱਕ ਜੇ ਜਿਉਂਦਾ ਰੱਖਣਾ ਹੈ, ਰੋਗ ਮੁਕਤ ਰੱਖਣਾ ਹੈ, ਤਾਂ ਭਾਈ ਫਿਰ ਭੱਜਣਾ ਤਾਂ ਪੈਣਾ। ਸਾਈਕਲ ਚਲਾਓ, ਭੱਜੋ, ਤੈਰੋ, ਜੋ ਮਰਜ਼ੀ ਕਰੋ, ਪਰ ਸਰੀਰ ਤੋੜੋ। ਜੀ ਬਿਲਕੁਲ ਜੀ। ਅਖੀਰਲਾ ਸਮਾਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਇਸ ਸ਼ੋਅ ਦਾ ਆ ਗਿਆ, ਔਰ ਇਹਦੇ ਤੋਂ ਇਲਾਵਾ ਕੋਈ ਹੋਰ ਜਿਹੜੀ ਜਾਣਕਾਰੀ ਰਹਿ ਗਈ ਹੋਵੇ ਜਿਹਦੇ ਬਾਰੇ ਮੈਂ ਸਵਾਲ ਨਹੀਂ ਕਰ ਸਕਿਆ ਜਾਂ ਤੁਸੀਂ ਜਿਹੜੀ ਆ ਉਹ ਨਹੀਂ ਦੇ ਸਕੇ, ਉਹ ਜ਼ਰੂਰ ਦੱਸਿਓ। ਜੀ ਬਿਲਕੁਲ, ਮੈਂ ਸਿਰਫ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦੀ ਹਾਂ, ਕਿਉਂਕਿ ਬਹੁਤ ਪੁਰਜ਼ੋਰ ਮੰਗੇ ਸਾਨੂੰ ਦਿਮਾਗ ਦੇ ਕੈਂਸਰ ਬਾਰੇ ਵੀ ਅਗਲੇ ਸ਼ੋਅ 'ਚ ਜ਼ਰੂਰ ਗੱਲ ਕਰਾਂਗੇ। ਪਰ ਇੱਕ ਜੋ ਅਹਿਮ ਨੁਕਤਾ ਇਹ ਹੈ ਕਿ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਫ੍ਰੀ ਰੈਡੀਕਲਸ ਜੋ ਸਾਡੇ ਇਜਾਦ ਕਰਦੀਆਂ ਨੇ, ਉਹਨੇ ਖੁਰਾਕ ਰਾਹੀਂ। ਸੋ ਕੋਸ਼ਿਸ਼ ਕਰੋ ਕਿ ਤਲੀਆਂ ਚੀਜ਼ਾਂ ਘਟਾਓ, ਮਿੱਠਾ ਘਟਾਓ। ਘਰ ਦੀ ਜੇ ਤੁਸੀਂ ਦਾਲ ਸਬਜ਼ੀ ਜਾਂ ਭਾਵੇਂ ਚਿਕਨ ਮੀਟ ਵੀ ਬਣਾਉਂਦੇ ਹੋ, ਉਹ ਜ਼ਿਆਦਾ ਸਿਹਤਮੰਦ ਹੈ। ਜਿਹੜੇ ਡੱਬਾ ਬੰਦ ਚੀਜ਼ਾਂ ਨੇ ਉਹਨਾਂ ਤੋਂ ਮੱਥਾ ਹੀ ਟੇਕ ਕੇ ਪਰਾਂ ਹੋ ਜਾਓ। ਬਸ ਇਹੀ ਬੇਨਤੀ ਜੇ, ਉਹਨਾਂ ਤੋਂ ਪਰਾਂ ਹੋ ਜਾਓ। ਪ੍ਰੋਸੈਸਡ ਖਾਣਿਆਂ ਤੋਂ ਤੌਬਾ ਕਰ ਲਓ ਤੇ ਕਣਕ ਦੀ ਥਾਂ ਤੇ ਰਾਗੀ ਦਾ ਆਟਾ, ਬਾਜਰੇ ਦਾ ਆਟਾ ਇਹ ਵਰਤਣੇ ਸ਼ੁਰੂ ਕਰੋ। ਦੇਖੋ ਤੁਹਾਨੂੰ ਕਿਵੇਂ ਸਰੀਰ ਦੇ ਵਿੱਚ ਤੰਦਰੁਸਤੀ, ਸਫੂਰਤੀ ਤੇ ਰੋਗ ਮੁਕਤੀ ਦਾ ਅਹਿਸਾਸ ਹੋਣ ਲੱਗ ਜਾਏਗਾ। ਜਿਹੜਾ ਤੁਸੀਂ ਕਣਕ ਦੀ ਜਗ੍ਹਾ ਰਾਗੀ ਦਾ ਆਟਾ ਜਿਹੜਾ ਉਹਦਾ ਜ਼ਿਕਰ ਕੀਤਾ, ਤਾਂ ਕੀ ਇਹਨਾਂ ਨੂੰ ਮਿਕਸ ਕਰਕੇ ਵੀ ਖਾਧਾ ਜਾ ਸਕਦਾ? ਕਿਉਂਕਿ ਕਣਕ ਜੇ ਇੱਕਦਮ ਕੋਈ ਛੱਡੂਗਾ ਤਾਂ ਉਹਨੂੰ ਬੜਾ ਔਖਾ ਲੱਗਣਾ, ਔਰ ਜੇ ਦੂਸਰੇ ਟੇਸਟ, ਕਿਉਂਕਿ ਸਾਰੀ ਜ਼ਿੰਦਗੀ ਜਿਹੜੀ ਚੀਜ਼ ਖਾਧੀ ਹੈ ਉਹਦਾ ਟੇਸਟ ਇੱਕਦਮ ਨਹੀਂ ਕੋਈ ਛੱਡ ਸਕਦਾਗਾ, ਉਹਨੂੰ ਔਖਾ ਲੱਗਦਾ, ਔਰ ਫਿਰ ਉਹ ਦੂਜਾ ਵੀ ਨਹੀਂ ਖਾਂਦਾ। ਜੀ ਬਿਲਕੁਲ, ਪਰ ਕੋਧਰੇ ਦਾ ਆਟਾ ਬਣਾਓਗੇ ਨਾ, ਜਦੋਂ ਪਾਲਕ ਦੇ ਵਿੱਚ ਕੱਟ ਕੇ ਬਣਾਉਣ ਨਾਲ, ਸੱਚ ਦੱਸਾਂ, ਉਹ ਤੁਹਾਨੂੰ ਜਦੋਂ ਪਹਿਲੀ ਵਾਰ ਵੀ ਖਾਓਗੇ ਤਾਂ ਬੜਾ ਕਮਾਲ ਦਾ ਜਾਪੇਗਾ। ਥੋੜੀ ਜਿਹੀ ਦਾਲ ਮਿਕਸ ਕਰ ਲਿਓ, ਥੋੜੇ ਜਿਹੇ ਤਾਜ਼ੀ ਪਾਲਕ ਤੇ ਕੋਧਰੇ ਦਾ, ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆਮ ਹੈ ਜਾਂ ਮਿੱਸਾ ਪਰੌਂਠਾ ਕਣਕ ਦਾ ਹੀ ਖਾ ਗਏ। ਸੋ ਇੱਕ ਚੀਜ਼ ਅਹਿਮ ਜੇ ਦੱਸਦੇ ਹਾਂ ਕਿ ਰਾਗੀ ਦਾ ਜਾਂ ਕੋਧਰੇ ਦਾ ਜਦੋਂ ਵੀ ਆਟਾ ਤੁਸੀਂ ਗੁੰਨਣਾ ਜੇ, 20 ਮਿੰਟ ਜ਼ਰੂਰ ਗੁੰਨ ਕੇ ਰੱਖੋ ਤਾਂ ਕਿ ਉਹਦੇ ਵਿਚਲੇ ਜੋ ਫਾਈਬਰ ਹੈ ਉਹ ਐਬਜ਼ੌਰਬ ਹੋਣ ਵਾਲੀ ਬਣ ਜਾਏ। ਉਸਨੂੰ ਇੱਕਦਮ ਗੁੰਨ ਕੇ ਨਹੀਂ ਵਰਤਣਾ ਚਾਹੀਦਾ, ਪਰ ਜ਼ਰੂਰ ਸ਼ੁਰੂਆਤੀ ਦੌਰ ਵਿੱਚ ਤੁਸੀਂ ਕਣਕ ਦੇ ਵਿੱਚ ਜਿਵੇਂ ਇੱਕ ਮੁੱਠੀ ਤਿੰਨੋਂ ਆਟਿਆਂ ਦੀ ਮਿਕਸ ਕਰਕੇ ਪਾ ਸਕਦੇ ਹੋ, ਵਿੱਚ ਵੇਸਣ ਵੀ ਮਿਲਾ ਸਕਦੇ ਹੋ। ਇਹ ਚਾਰਾਂ ਦਾ ਮਿਸ਼ਰਣ ਜੇ ਰੱਖੋਗੇ ਤਾਂ ਬਹੁਤ ਲਗਭਗ ਸੰਪੂਰਨ ਅੰਨ ਦੀ ਤਰ੍ਹਾਂ ਆ ਜਾਂਦਾ। ਪਰ ਸਾਰੇ ਛਾਣ ਬੂਰੇ ਸਮੇਤ ਹੋਣੇ ਚਾਹੀਦੇ ਜੇ, ਛਾਣ ਬੂਰੇ ਤੋਂ ਬਿਨਾਂ ਖਾਣ ਵਾਲੇ ਦਾ ਬਿਲਕੁਲ ਕੋਈ ਵੀ ਫਾਇਦਾ ਨਹੀਂ। ਤਾਂ ਇਹ ਚੀਜ਼ਾਂ ਜ਼ਰੂਰ
ਤੁਸੀਂ ਜੇ ਰੈਗੂਲਰ ਆਪਣੀ ਖੁਰਾਕ ਵਿੱਚ ਰੱਖਣੇ ਸ਼ੁਰੂ ਕਰ ਦਿਓ, ਹੌਲੀ ਹੌਲੀ ਆਟਾ ਮਨਫੀ ਕਰ ਦਿਓ, ਤਾਂ ਫਿਰ ਦੇਖਿਓ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਦਿਸੇਗਾ। ਜੀ ਬਿਲਕੁਲ ਜੀ, ਕਾਫੀ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ। ਫਿਰ ਜੁੜਾਂਗੇ ਅਗਲੇ ਸ਼ੋਅ ਦੇ ਵਿੱਚ, ਇਸੇ ਤਰ੍ਹਾਂ ਕਿਸੇ ਹੋਰ ਮਹੱਤਵਪੂਰਨ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ, ਕਾਰਨ ਵੀ ਜਾਣਾਂਗੇ ਤੇ ਉਹਦੇ ਪ੍ਰਭਾਵ ਕੀ ਨੇ, ਇਸ ਤੋਂ ਇਲਾਵਾ ਉਹਦਾ ਇਲਾਜ ਕੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਸਤਿ ਸ੍ਰੀ ਅਕਾਲ ਜੀ। ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜੇ ਸੀ ਤੇ ਸਰਵਾਈਕਲ ਕੈਂਸਰ ਕੀ ਹੁੰਦਾ ਹੈ, ਜਾਂ ਫਿਰ ਕਹੀਏ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਕੀ ਹੁੰਦਾ, ਉਹਦੇ ਬਾਰੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ, ਕਾਰਨ ਵੀ ਦੱਸੇ ਹੈ, ਉਹਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਉਹ ਵੀ ਦੱਸਿਆ, ਔਰ ਟੀਕੇ ਦਾ ਜ਼ਿਕਰ ਵੀ ਇੱਕ ਕੀਤਾ ਉਹਨਾਂ ਨੇ ਕਿ ਇਹ ਲਵਾ ਲੈਣਾ ਚਾਹੀਦਾ ਕਿੰਨਾ ਹਾਲਾਤਾਂ ਦੇ ਵਿੱਚ, ਉਹ ਵੀ ਉਹਨਾਂ ਨੇ ਸਾਰੀ ਚੀਜ਼ ਦੀ ਜਾਣਕਾਰੀ ਜਿਹੜੀ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਊਗੀ ਔਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਊਗਾ। ਫਿਰ ਜੁੜਾਂਗੇ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਵਿਸ਼ਾ ਲੈ ਕੇ।